किसान वीरों ते भैणों जय हिंद लैके हाज़र हाँ तुहाडा पसंदीदा प्रोग्राम मेरा पिंड मेरे खेत। जिवें ये तो तुसीं सारे जाणदे ही हो कि इस प्रोग्राम 'च असीं ਵੱਖ-ਵੱਖ विषयां दे ਵੱਖ-ਵੱਖ माहरां नूं बुलाउंदे रहीदा ते अज जिहड़े माहर साडे कोल पहुंचणे सी उन्हां नूं लुपिंदर जी लै आ नाल। लुपिंदर जी भी साडे कोल बैठे आ। जय हिंद जी लुपिंदर जी। जय हिंद तेजपाल जी, जय हिंद। जय हिंद जी डॉक्टर साहब। जय हिंद जी, जय हिंद। डॉक्टर साहब लिआंदे फिर लुपिंदर जी नाल तुसीं तेजपाल जी देखो डॉक्टर साहब नाल आ गए मेरे। आह डॉक्टर साहब ਦਾ ਮੈਨੂੰ ਫੋਨ ਆਇਆ ਸੀ ਸਵੇਰੇ। अच्छा ਇਹ ਕਹਿੰਦੇ ਆਪਾਂ ਚੱਲਣਾ ਤੇਜਪਾਲ ਜੀ ਦੇ ਕੋਲ ਆਹ ਤੇ ਅੱਜ ਚਰਚਾ ਕਰਨੀ ਆ। ठीक आ। ਮੈਂ ਕਿਹਾ ਵੀ ਗੱਡੀ ਲਾਓ ਇੱਥੇ ਆਪਣੀ, ਆਓ ਆਪਾਂ ਸਕੂਟਰ ਤੇ ਚੱਲਦੇ आह हा हा ਇਕੱਠੇ ਆਏ ਫੇ ਆ। ਹੈ। ਫਿਰ ਰੌਣਕ ਦਿਖਾਈ ਡਾਕਟਰ ਸਾਹਿਬ ਨੂੰ ਸ਼ਹਿਰ ਦੀ। ਮੈਂ ਕਿਹਾ ਆਓ ਫਿਰ ਆਪਾਂ ਚੱਲਦੇ ਆ। ਹਾਂ ਚਲੋ ਬਹੁਤ ਵਧੀਆ ਗੱਲ ਆ। ਜੀ। ਅੱਛਾ ਪਹਿਲਾਂ ਤੇ ਡਾਕਟਰ ਸਾਹਿਬ ਨਾਲ ਕਰਾਓ ਜਾਣ ਪਛਾਣ। ਡਾਕਟਰ ਸਾਹਿਬ ਦੀ ਫਿਰ ਜਾਣਕਾਰੀ ਕਰਾਈਏ ਆਪਣੇ ਕਿਸਾਨ ਵੀਰਾਂ ਦੇ ਨਾਲ। ਬਿਲਕੁਲ ਜੀ ਇਹ ਤੁਹਾਡੇ ਨਾਲ ਬੈਠੇ ਨੇ ਡਾਕਟਰ ਗੁਰਦੀਪ ਸਿੰਘ ਜੀ, ਜੀ ਟ੍ਰੇਨਿੰਗ ਅਫਸਰ ਆਹ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ, ਜੀ ਜ਼ਿਲ੍ਹਾ ਕਪੂਰਥਲਾ ਦੇ ਵਿੱਚ ਆਪਣੀ ਸੇਵਾ ਨਿਭਾ ਰਹੇ। ਹਾਂ ਡਾਕਟਰ ਸਾਹਿਬ ਜੀ ਆਇਆਂ ਨੂੰ ਜੀ ਆਇਆਂ ਤੁਹਾਡੇ ਕੋਲੋਂ ਜਾਣਕਾਰੀ ਲੈਣੀ ਆ ਬਹੁਤ ਸਾਰੀ। ਅੱਗੇ ਵੀ ਜਦੋਂ ਤੁਸੀਂ ਆਉਨੇ ਆ ਤੁਹਾਡਾ ਖਜ਼ਾਨਾ ਅਸੀਂ ਲੁੱਟ ਲਈਦਾ, ਐਤਕੀ ਫੇਰ ਲੁੱਟ ਲੈਣਾ। ਨਹੀਂ ਕਿ ਸਾਰਿਆਂ ਵਾਸਤੇ ਖਜ਼ਾਨੇ ਹੁੰਦੇ ਨੇ। ਖਜ਼ਾਨੇ ਤਾਂ ਸਭ ਦੇ ਸਾਂਝੇ ਹੋਣੇ ਚਾਹੀਦੇ। ਅੱਛਾ ਇਹ ਗੱਲ ਤਾਂ ਲੱਗ ਗਿਆ ਜੀ ਪਰ ਜਿਹੜੀ ਲੁਪਿੰਦਰ ਜੀ ਨੇ ਗੱਲ ਕਹੀ ਆ ਵੀ ਮੈਂ ਭਾਈ ਅਸੀਂ ਆਏ ਆ ਸਕੂਟਰ ਤੇ ਜੀ ਇਕੱਠੇ ਬਹਿ ਕੇ, ਜੀ ਇਹ ਜਿਹੜੀ ਭਾਈਚਾਰਕ ਸਾਂਝ ਬਣਾ ਕੇ ਆਏ ਨਾ ਤੁਸੀਂ, ਬਿਲਕੁਲ, ਇਹ ਜੀ। ਬਹੁਤ ਵਧੀਆ ਗੱਲ ਆ। ਤੇਜਪਾਲ ਜੀ ਡਾਕਟਰ ਸਾਹਿਬ ਮੈਨੂੰ ਬਹੁਤ ਟਾਈਮ ਬਾਅਦ ਮਿਲੇ ਸੀ ਅੱਛਾ ਤੇ ਮੈਂ ਕਿਹਾ ਆਓ ਡਾਕਟਰ ਸਾਹਿਬ ਨਾਲੇ ਆਪਾਂ ਗੱਲਾਂ ਬਾਤਾਂ ਕਰਦੇ ਜਾਂਦੇ ਆ ਆਹ। ਤੇ ਗੱਡੀ ਲਾਓ ਇੱਥੇ ਮੇਰੇ ਦਫ਼ਤਰ ਦੇ ਵਿੱਚ ਜੀ। ਤੇ ਆਪਾਂ ਪੁਰਾਣੀਆਂ ਨਾਲੇ ਯਾਦਾਂ ਤਾਜ਼ੀਆਂ ਕੀਤੀਆਂ ਜੀ ਕਾਲਜ ਟਾਈਮ ਦੀਆਂ ਆਹ ਤੇ ਨਾਲੇ ਫਿਰ ਵਿਭਾਗ ਦੀਆਂ ਗੱਲਾਂ ਬਾਤਾਂ ਕੀਤੀਆਂ। ਚਲੋ ਇਹ ਸਫ਼ਰ ਵਧੀਆ ਦਾ ਪਤਾ ਹੀ ਨਹੀਂ ਲੱਗਿਆ। ਨਹੀਂ ਸਫ਼ਰ ਦਾ। ਔਰ ਦੂਜੀ ਗੱਲ ਆ ਜੇ ਆਪਾਂ ਲੁਪਿੰਦਰ ਜੀ ਆਪਣੇ ਪਿੰਡਾਂ ਵੱਲ ਵੀ ਝਾਕ ਮਾਰੀਏ। ਜੀ ਡਾਕਟਰ ਸਾਹਿਬ ਸਮਾਂ ਸੀ ਜਦੋਂ ਖੇਤ ਵਾਹੁਣ ਜਾਣਾ, ਜਦੋਂ ਜੋਗ ਦੀ ਗੱਲ ਕਰਦਾ ਬਲਦਾ ਨਾ ਖੇਤ ਵਾਹੁੰਦੇ ਸੀ ਤੇ ਉਦੋਂ ਵੀ 3-4 ਬੰਦੇ ਇਕੱਠੇ ਹੋ ਕੇ ਜੋਗ ਇਕੱਠਿਆਂ ਲਾ ਲੈਣੀ। ਬਿਲਕੁਲ ਹੈ ਉਹ ਇਦਾਂ ਲੱਗਣਾ ਵੀ ਖੇਤ ਜਿੱਦਾਂ ਹੁਣ ਟਰੈਕਟਰ ਦੀਆਂ ਨਹੀਂ ਕਿੰਨੀਆਂ ਹੀ ਫਾਲੀਆਂ ਬਿਲਕੁਲ, ਤੇ ਕਿੰਨੀਆਂ ਹੀ ਫਾਲੀਆਂ ਵਗਣ ਡਈਆਂ ਜੀ ਜੀ ਹੈਨਾ। ਤੇ ਉਹ ਕਿੱਡੀ ਛੇਤੀ ਕੰਮ ਹੁੰਦੇ ਸੀ। ਸੋ ਜਦੋਂ ਇੱਕ ਕੰਮ ਨੂੰ ਇਕੱਲਾ ਬੰਦਾ ਕਰਦਾ ਤੇ 2 ਬੰਦੇ 4 ਬੰਦੇ 5 ਬੰਦੇ ਇਕੱਠੇ ਹੋ ਕੇ ਕਰਦੇ ਆ, ਉਹਦੇ ਵਰਗੀ ਰੀਸ ਤਾਂ ਕੋਈ ਨਹੀਂ। ਨਾਲੇ ਦੇਖੋ ਤੇਜਪਾਲ ਜੀ ਸਾਡੇ ਮੁਲਕ ਦੀ ਇੱਕ ਬਹੁਤ ਵੱਡੀਆ ਉਦਾਹਰਨ ਹੈ ਕਿ ਅਗਰ ਇੱਕ ਬੰਦਾ ਬਿਮਾਰ ਹੁੰਦਾ, ਉਹਨੂੰ ਕੋਈ ਪ੍ਰੋਬਲਮ ਆਉਂਦੀ ਆ, ਜੀ ਉਹ ਅਗਰ ਹਸਪਤਾਲ ਜਾਂਦਾ ਆਹ। ਤਾਂ 5 ਬੰਦੇ ਉਹਦੀ ਖਬਰ ਲੈਣ ਜਾਂਦੇ ਆ। ਬਿਲਕੁਲ ਵੀ ਉਹ ਇੱਕ ਭਾਈਚਾਰਕ ਸਾਂਝ ਹੀ ਆ, ਜਿਹੜਾ ਦੁੱਖ ਉਹਦਾ ਉਹ ਮਹਿਸੂਸ ਕਰਦੇ ਸਾਰੇ। ਔਰ ਉਹ ਬੰਦਾ ਵੈਸੇ ਹੀ ਇੰਨਾ ਜ਼ਿਆਦਾ ਮਤਲਬ ਮੋਟੀਵੇਟ ਹੋ ਜਾਂਦਾ ਕਿ ਉਹਨੂੰ ਲੱਗਦਾ ਕਿ ਯਾਰ ਇੰਨੇ ਬੰਦੇ ਮੇਰੇ ਕੋਲ ਬੈਠੇ ਆ, ਮੈਂ ਵੈਸੇ ਹੀ ਠੀਕ ਆ। ਆਹ ਤੇ ਵੈਸੇ ਵੀ ਡਾਕਟਰ ਸਾਹਿਬ 4 ਕੁ ਬੰਦੇ ਤਾਂ ਉਹਦੇ ਚੋਂ ਸਾਡੇ ਵਰਗੇ ਹੁੰਦੇ ਜਿਹੜੇ ਹਸਪਤਾਲ ਜਾ ਕੇ ਉਹਨੂੰ ਕਹਿੰਦੇ ਉਹ ਕੀ ਗੱਲ ਹੋ ਗਈ ਤੈਨੂੰ, ਓਏ ਮਰਨ ਤੇ ਨਹੀਂ ਲੱਗਾ, ਉੱਠ ਜਾ। ਇਦਾਂ ਹੁੰਦੀ ਨਾ ਬਿਲਕੁਲ ਤੇ ਜੀ, ਬੰਦਾ ਹੱਥੋਂ ਹੱਥੀ ਉੱਠ ਕੇ ਖੜਾ ਹੋ ਜਾਂਦਾ। ਬਿਲਕੁਲ ਜੀ। ਸੋ ਇਹ ਗੱਲ ਆ ਵੀ ਜਿਹੜਾ ਇਕੱਠੇ ਹੋਣਾ, ਭਾਈਚਾਰਕ ਸਾਂਝ ਰੱਖਣੀ ਆ, ਜੀ। ਇਹ ਬਹੁਤ ਜ਼ਰੂਰੀ ਗੱਲਾਂ ਜੀ। ਆ। ਸੋ ਭਾਈਚਾਰਕ ਸਾਂਝ ਹੋਣੀ ਚਾਹੀਦੀ ਆ। ਉਹਦੇ ਨਾਲ ਦੇਖੋ ਕਹਿੰਦੇ ਹੁੰਦੇ ਆ ਵੀ ਜਦੋਂ ਆਪਾਂ ਕਿਸੇ ਦਾ ਦੁੱਖ ਵੰਡਾਉਂਦੇ ਆ ਨਾ ਜੀ ਤਾਂ ਦੁੱਖ ਘਟਦਾ ਤੇ ਜਦੋਂ ਖੁਸ਼ੀ ਵੰਡਾਉਂਦੇ ਆ ਤਾਂ ਖੁਸ਼ੀ 4 ਗੁਣਾ ਹੋ ਜਾਂਦੀ। ਨਾਲੇ ਤੇਜਪਾਲ ਜੀ ਸਾਡੇ ਸਿਆਣੇ ਕਹਿੰਦੇ ਆ ਵੀ ਮਿੱਤਰ ਉਹੀ ਜਿਹੜਾ ਲੋੜ ਵੇਲੇ ਕੰਮ ਆਵੇ। ਬਿਲਕੁਲ ਮਿੱਤਰ ਤਾਂ ਉਹੀ ਆ ਜਿਹੜੀ ਸਾਡੇ ਨਾਲ ਖੜੀ ਆ। ਬਿਲकुल ਠੀਕ ਨਹੀਂ ਜੀ। ਹਾਂ ਤੋ ਡਾਕਟਰ ਸਾਹਿਬ ਨੇ ਬਹੁਤ ਵਧੀਆ ਰਸਤੇ 'ਚ ਗੱਲਾਂ ਦੱਸੀਆਂ। ਪੁਰਾਣਾ ਅਸੀਂ ਆਪਣਾ ਟਾਈਮ ਯਾਦ ਕੀਤਾ ਜੀ ਤੇ ਉਹ ਸਾਂਝ ਅਸੀਂ ਅੱਜ ਵੀ ਸਾਡੀ ਕਾਇਮ ਆ। ਹਾਂ ਦੇਖੋ ਇਹ ਸਾਂਝ ਜਿਹੜੀ ਆ ਸਦਾ ਹੀ ਕਾਇਮ ਰਹਿਣੀ ਚਾਹੀਦੀ ਜੀ ਹੈ ਨਾ। ਸਾਡੀ ਸਾਂਝ ਜਿਹੜੀ ਆ ਨਾ ਇਹ ਤਾਂ ਸਿਰਫ ਗੱਲਾਂ ਬਾਤਾਂ ਹੀ ਨਹੀਂ, ਆਪਣੇ ਆ ਪਿੰਡੂ ਭਾਈਚਾਰਾ ਜਿਹੜਾ ਹੈਗਾ ਇਹ ਤਾਂ ਅਸੀਂ ਗੱਲਾਂ ਬਾਤਾਂ ਤੋਂ ਬਹੁਤ ਅੱਗੇ ਜਾ ਕੇ ਕਿਸੇ ਦੀ ਮਾਲੀ ਇਮਦਾਦ ਹੋਵੇ ਜਾਂ ਕਿਸੇ ਨੂੰ ਕੋਈ ਹੋਰ ਸਮੱਸਿਆ ਆ ਜਾਏ, ਜੀ ਅਸੀਂ ਤੇ ਸਾਰਾ ਕੁਝ ਹੀ ਵੰਡਾ ਲਈਦਾ ਉਹਦੇ ਨਾਲ। ਨਾਲੇ ਤੇਜਪਾਲ ਜੀ ਜਿੱਥੇ ਹੁਣ ਸਾਡੀ ਆਪਸੀ ਭਾਈਚਾਰਕ ਸਾਂਝ ਹੈ, ਇਹਦੇ ਨਾਲ ਇੱਕ ਸਾਂਝ ਅਸੀਂ ਹੋਰ ਵੀ ਪਾਉਣੀ ਆ। ਜੀ ਉਹ ਪਾਉਣੀ ਆ ਕੁਦਰਤ ਦੇ ਨਾਲ। ਬਿਲਕੁਲ ਉਹ ਵੀ ਜੇ ਸਾਂਝ ਅਸੀਂ ਕੁਦਰਤ ਦੇ ਨਾਲ ਪਾਲਾਂਗੇ ਤਾਂ ਸਾਡਾ ਜਿਹੜਾ ਆਉਣ ਵਾਲਾ ਸਮਾਂ ਹੈ ਉਹ ਬੜਾ ਵਧੀਆ ਨਿਕਲੂਗਾ। ਅੱਛਾ ਤੁਸੀਂ ਪਵਾਈ ਤਾਂ ਹੈ ਪਿੱਛੇ ਜੇ ਜੀ ਹੈ ਜੀ ਬਿਲਕੁਲ। ਉਹ ਜਿਹੜੀ ਆਪਣੇ ਸਕੂਲ ਦੇ ਨਾਲ ਜੀ ਦਰਖਤਾਂ ਦੀਆਂ ਪਾਲਾਂ ਲਵਾਈਆਂ ਤੁਸੀਂ, ਬਿਲਕੁਲ ਜੀ ਹੈਂ? ਬਿਲਕੁਲ ਜੀ ਉਹ ਹੁਣ ਏਡੇ ਏਡੇ ਹੋ ਗਏ ਆ ਵੀ ਉੱਥੇ ਘੁੰਮਣ ਜਾਓ ਨਾ ਜੀ। ਤੇ ਉੱਥੇ ਪਤਾ ਲੱਗਦਾ ਪਿਆ ਵੀ ਭਾਈ ਜਦੋਂ ਅਸੀਂ ਘੁੰਮਦੇ ਆ ਤੇ ਮੈਨੂੰ ਲੱਗਦਾ ਵੀ ਜਿੰਨਾ ਟੈਂਪਰੇਚਰ ਜਿੰਨਾ ਤਾਪਮਾਨ ਬਾਹਰ ਹੁੰਦਾ ਜੀ ਜੀ ਉਹਦੇ ਥੱਲੇ ਥੱਲੇ ਘੁੰਮੋ ਤਾਂ 2 ਡਿਗਰੀਆਂ ਘੱਟ ਹੀ ਹੋਊ। ਬਿਲਕੁਲ ਹਨਾ? ਬਿਲਕੁਲ ਬਿਲਕੁਲ ਹਾਂ ਸੋ ਇਹ ਜਿਹੜੀ ਸਾਂਝ ਆ ਜੀ ਇਹ ਬਹੁਤ ਜ਼ਰੂਰੀ ਆ। ਬਿਲਕੁਲ ਤੇ ਡਾਕਟਰ ਸਾਹਿਬ ਆਪਣੇ ਕੋਲ ਆਏ ਆ ਜੀ ਹੈ। ਡਾਕਟਰ ਸਾਹਿਬ ਨਾਲ ਵੀ ਅੱਜ ਇਦਾਂ ਦੀਆਂ ਹੀ ਆਪਾਂ ਗੱਲਾਂ ਕਰਨੀਆਂ। ਡਾਕਟਰ ਸਾਹਿਬ ਤੁਹਾਡੇ ਨਾਲ ਜਿਹੜੀ ਅਸੀਂ ਅੱਜ ਗੱਲ ਕਰਨੀ ਆ ਨਾ ਉਹ ਕਰਨੀ ਹੈਗੀ ਆ ਗਲੋਬਲ ਵਾਰਮਿੰਗ ਤੇ ਵੱਧਦੀ ਤਪਸ਼ ਦਾ ਸਾਡੀ ਖੇਤੀ ਤੇ ਕੀ ਅਸਰ ਹੈ। ਇਹ ਸਾਡਾ ਵਿਸ਼ਾ ਜੀ ਅੱਜ ਦਾ ਤੇ ਤੁਹਾਡੇ ਨਾਲ ਅਸੀਂ ਗੱਲਬਾਤ ਕਰਦੇ ਹਾਂ। ਕਿਸਾਨ ਵੀਰੋ ਤੇ ਭੈਣੋ, ਇਹ ਤੋਂ ਪਹਿਲਾਂ ਕਿ ਅਸੀਂ ਡਾਕਟਰ ਸਾਹਿਬ ਨਾਲ ਗੱਲ ਸ਼ੁਰੂ ਕਰੀਏ, ਅਸੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਜਿਹੜੇ ਸਾਡੇ ਮਾਹਿਰ ਸੀਗੇ ਮੀਟਰੀਓਲੋਜਿਸਟ, ਉਹਨਾਂ ਨਾਲ ਗੱਲਾਂ ਬਾਤਾਂ ਕੁਝ ਕੀਤੀਆਂ ਸੀਗੀਆਂ। ਸਾਰਿਆਂ ਤੋਂ ਪਹਿਲਾਂ ਤੁਹਾਨੂੰ ਅਸੀਂ ਉਹ ਸੁਣਾਈਏ, ਆਓ ਸੁਣੋ। ਅਸੀਂ ਜਿਵੇਂ ਸਾਰੇ ਦੇਖ ਰਹੇ ਹਾਂ ਕਿ ਅੱਜ ਕੱਲ੍ਹ ਜਿਹੜਾ ਗਰਮੀ ਦਾ ਪ੍ਰਕੋਪ ਬਹੁਤ ਹੀ ਵੱਧ ਰਿਹਾ। ਜੇ ਅਸੀਂ ਦੁਨੀਆ ਦੇ ਸਾਰੇ ਪਾਸੇ ਦੇਖੀਏ ਤਾਂ ਗਲੋਬਲ ਵਾਰਮਿੰਗ ਸਾਰੇ ਪਾਸੇ ਹੀ ਹੋ ਰਹੀ ਹੈਗੀ ਆ, ਕਿਉਂਕਿ ਜਿਵੇਂ ਸ਼ਹਿਰੀਕਰਨ ਬਹੁਤ ਵੱਧ ਗਿਆ
ਇੰਡਸਟਰੀ ਬਹੁਤ ਵੱਧ ਗਈ, ਵਹੀਕਲਸ ਦਾ ਪੋਲਿਊਸ਼ਨ ਬਹੁਤ ਵੱਧ ਗਿਆ। ਸੋ ਇਹਦੇ ਕਰਕੇ ਜਿਹੜਾ ਵਾਤਾਵਰਣ ਦੇ ਵਿੱਚ ਪੋਲਿਊਸ਼ਨ ਵੱਧ ਰਿਹਾ, ਉਹਦੇ ਕਰਕੇ ਗ੍ਰੀਨ ਹਾਊਸ ਗੈਸਿਸ ਵੱਧ ਰਹੀਆਂ ਨੇ, ਜਿਹਦੇ ਕਰਕੇ ਕਿ ਇਹ ਵਾਰਮਿੰਗ ਹੋ ਰਹੀ ਆ, ਜਿਹਨੂੰ ਅਸੀਂ ਗਲੋਬਲ ਵਾਰਮਿੰਗ ਕਹਿੰਦੇ ਆ। ਸੋ ਇਹ ਜਿਹੜੀ ਵਾਰਮਿੰਗ ਹੋ ਰਹੀ ਆ, ਇਹਦਾ ਕ੍ਰੌਪਸ ਤੇ ਜਾਂ ਅਸੀਂ ਕਹੀਏ ਕਿ ਐਗਰੀਕਲਚਰ ਤੇ ਬਹੁਤ ਇਹਦਾ ਮਾੜਾ ਜਿਹੜਾ ਅਸਰ ਹੋ ਰਿਹਾ ਹੈਗਾ, ਕਿਉਂਕਿ ਜਿਹੜੀਆਂ ਫਸਲਾਂ ਨੇ ਇਹਨਾਂ ਨੂੰ ਬੀਜਣ ਤੋਂ ਲੈ ਕੇ ਇਹਨਾਂ ਦੀ ਕਟਾਈ ਤੱਕ ਇੱਕ ਬੜਾ ਢੁਕਵਾਂ ਤਾਪਮਾਨ ਤੇ ਹੋਰ ਜਿਹੜੇ ਸਾਰੇ ਵੈਦਰ ਪੈਰਾਮੀਟਰਸ ਦੀ ਲੋੜ ਹੁੰਦੀ ਹੈਗੀ ਆ। ਸੋ ਜਦੋਂ ਇਹ ਪੈਰਾਮੀਟਰਸ ਵਿੱਚ ਕੋਈ ਤਬਦੀਲੀ ਆਉਂਦੀ ਹੈਗੀ ਆ ਲੋੜ ਤੋਂ ਜ਼ਿਆਦਾ, ਤਾਂ ਉਹਦਾ ਫਸਲਾਂ ਤੇ ਮਾੜਾ ਅਸਰ ਪੈਂਦਾ। ਜਿਵੇਂ ਜਰਮੀਨੇਸ਼ਨ ਦੇ ਟਾਈਮ ਤੇ ਹੀ ਜੇ ਫਸਲ ਨੂੰ ਤਾਪਮਾਨ ਸਹੀ ਮਾਤਰਾ ਵਿੱਚ ਨਹੀਂ ਮਿਲਿਆ ਤਾਂ ਉਹਦੀ ਜਰਮੀਨੇਸ਼ਨ ਪ੍ਰੋਪਰ ਨਹੀਂ ਹੁੰਦੀ, ਉਹਦੇ ਨਾਲ ਕ੍ਰੌਪ ਦੀ ਇਸਟੈਬਲਿਸ਼ਮੈਂਟ, ਉਹਦੀ ਇਨੀਸ਼ੀਅਲ ਗਰੋਥ ਤੇ ਬੜਾ ਮਾੜਾ ਅਸਰ ਪੈਂਦਾ। ਇਸੇ ਤਰ੍ਹਾਂ ਜੇ ਤਾਪਮਾਨ ਫਸਲ ਦੇ ਜੀਵਨ ਕਾਲ ਦੌਰਾਨ ਲੋੜ ਤੋਂ ਵੱਧ ਹੋਵੇ ਤਾਂ ਫਸਲ ਦੀ ਇਨਹੈਂਸਡ ਮੈਚੁਰਿਟੀ ਅਸੀਂ ਉਹਨੂੰ ਕਹਿੰਦੇ ਆ, ਫਸਲ ਛੇਤੀ ਪੱਕ ਜਾਂਦੀ ਆ, ਇਨਹੈਂਸਡ ਮੈਚੁਰਿਟੀ ਹੋ ਜਾਂਦੀ ਆ। ਸੋ ਉਹਦੇ ਨਾਲ ਕੀ ਹੁੰਦਾ ਕਿ ਜਿਹੜਾ ਦਾਣਾ ਬਣਨ ਦਾ ਟਾਈਮ ਵੀ ਘਟ ਜਾਂਦਾ। ਸੋ ਉਹਦੇ ਨਾਲ ਫਸਲ ਦੇ ਵਿੱਚ ਦਾਣੇ ਘੱਟ ਬਣਦੇ ਨੇ, ਉਹਨਾਂ ਦੀ ਕੁਆਲਿਟੀ ਤੇ ਕੁਆਂਟੀਟੀ ਦੋਨੋਂ ਹੀ ਬੜੀਆਂ ਪ੍ਰਭਾਵਿਤ ਹੁੰਦੀਆਂ ਨੇ, ਜਿਸ ਦੇ ਸਿੱਟੇ ਵਜੋਂ ਫਸਲ ਦਾ ਝਾੜ ਬਹੁਤ ਘਟ ਜਾਂਦਾ। ਜਿਵੇਂ ਅਸੀਂ ਦੇਖਿਆ ਕਿ ਸਾਲ 2021-22 ਦੇ ਵਿੱਚ ਮਾਰਚ ਦੇ ਮਹੀਨੇ, ਕਿਉਂਕਿ ਤਾਪਮਾਨ ਬਹੁਤ ਵੱਧ ਗਿਆ ਸੀ, ਕ੍ਰੌਪ ਨੂੰ ਬਹੁਤ ਹੀ ਹੀਟ ਸਟ੍ਰੈਸ ਸਹਿਣਾ ਪਿਆ। ਸੋ ਉਹਦੇ ਕਰਕੇ ਅਸੀਂ ਦੇਖਿਆ ਕਿ 2000 ਤੋਂ ਹੁਣ ਤੱਕ ਦਾ ਸਭ ਤੋਂ ਘੱਟ ਝਾੜ ਵੀਟ ਦਾ ਸਾਡੇ ਰੀਜਨ ਦੇ ਵਿੱਚ ਹੋਇਆ। ਇਹਦੇ ਤੋਂ ਇਲਾਵਾ ਜਿਹੜੀ ਫਸਲਾਂ ਦੀ ਪਾਣੀ ਦੀ ਲੋੜ ਆ, ਉਹ ਵੀ ਜਿਹੜੀ ਵਾਰਮਿੰਗ ਦੇ ਨਾਲ ਬਹੁਤ ਵੱਧ ਜਾਂਦੀ ਆ, ਕਿਉਂਕਿ ਸਾਡੇ ਰੀਜਨ ਦੇ ਵਿੱਚ ਪਹਿਲਾਂ ਹੀ ਪਾਣੀ ਦੀ ਬੜੀ ਕਿੱਲਤ ਚੱਲ ਰਹੀ ਆ। ਸੋ ਜਦੋਂ ਇਹੋ ਜਿਹੀਆਂ ਕੰਡੀਸ਼ਨਸ ਹੁੰਦੀਆਂ ਨੇ ਤੇ ਇਹ ਕਿੱਲਤ ਹੋਰ ਵੱਧ ਜਾਂਦੀ ਆ। ਜੇ ਅਸੀਂ ਬਾਕੀ ਫਸਲਾਂ ਦੀ ਵੀ ਗੱਲ ਕਰੀਏ, ਸਾਰੀਆਂ ਫਸਲਾਂ ਨੂੰ ਹੀ ਜਿਹੜਾ ਹੀਟ ਸਟ੍ਰੈਸ ਆ, ਇਹ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ। ਤੇ ਜੇ ਅਸੀਂ ਹੁਣ ਪੰਜਾਬ ਦੀਆਂ ਕੰਡੀਸ਼ਨਸ ਦੀ ਗੱਲ ਕਰੀਏ, ਪੰਜਾਬ ਦੇ ਪਿਛਲੇ 4 ਤੋਂ 5 ਦਹਾਕਿਆਂ ਦਾ ਜੇ ਅਸੀਂ ਵੈਦਰ ਜਿਹੜਾ ਡਾਟਾ ਉਹ ਦੇਖੀਏ, ਤਾਂ ਸਾਨੂੰ ਪਤਾ ਲੱਗਦਾ ਕਿ ਜਿਹੜਾ ਰਾਤ ਦਾ ਤਾਪਮਾਨ ਆ, ਉਹ ਪੰਜਾਬ ਦੇ ਵਿੱਚ ਸਾਰੇ ਥਾਵਾਂ ਤੇ ਹੀ ਬਹੁਤ ਵੱਧ ਰਿਹਾ। ਜਿਹੜਾ ਰਾਤ ਦਾ ਤਾਪਮਾਨ ਆ, ਉਹਦਾ ਫਸਲਾਂ ਤੇ ਜ਼ਿਆਦਾ ਪ੍ਰਭਾਵ ਪੈਂਦਾ। ਜਦੋਂ ਮਾਰਚ ਦੇ ਮਹੀਨੇ ਵਿੱਚ ਜਿਹੜੇ ਸਾਲਾਂ ਵਿੱਚ ਵੀ ਰਾਤ ਦਾ ਤਾਪਮਾਨ ਵੱਧ ਰਿਹਾ, ਉਹਨਾਂ ਸਾਲਾਂ ਦੇ ਵਿੱਚ ਕਣਕ ਦਾ ਝਾੜ ਹਮੇਸ਼ਾ ਹੀ ਘਟ ਰਿਹਾ। ਇਹਦੇ ਤੋਂ ਇਲਾਵਾ ਜਿਹੜੀ ਬਾਰਿਸ਼ ਆ, ਉਹਦੀ ਵੇਰੀਏਬਿਲਿਟੀ ਬਹੁਤ ਵੱਧ ਰਹੀ ਆ। ਅਸੀਂ ਦੇਖਿਆ ਕਿ 2000 ਤੋਂ ਹੁਣ ਤੱਕ ਜੇ ਅਸੀਂ ਮੌਨਸੂਨ ਬਾਰਿਸ਼ ਦੀ ਗੱਲ ਕਰੀਏ, ਤਾਂ ਬਹੁਤੇ ਸਾਲਾਂ ਵਿੱਚ ਮੌਨਸੂਨ ਡੈਫਿਸਿਟ ਹੀ ਰਹੀ ਆ। ਸਿਰਫ ਇੱਕ ਸਾਲ ਹੈਗਾ ਜਿਹਦੇ ਵਿੱਚ ਐਕਸੈਸ ਸਾਨੂੰ ਜਿਹੜੀ ਮੌਨਸੂਨ ਦੀ ਬਾਰਿਸ਼ ਦੇਖਣ ਨੂੰ ਮਿਲੀ ਆ। ਸੋ ਇਹਦਾ ਵੀ ਫਸਲਾਂ ਤੇ ਬਹੁਤ ਮਾੜਾ ਅਸਰ ਪੈ ਰਿਹਾ, ਖਾਸ ਕਰਕੇ ਸਾਡੇ ਪਾਣੀ ਸਰੋਤਾਂ ਤੇ ਬਹੁਤ ਮਾੜਾ ਅਸਰ ਪੈ ਰਿਹਾ, ਕਿਉਂਕਿ ਜਦੋਂ ਬਾਰਿਸ਼ ਘੱਟ ਹੁੰਦੀ ਆ ਤਾਂ ਸਾਨੂੰ ਜਿਹੜਾ ਹੇਠਲਾ ਪਾਣੀ ਉਹ ਜ਼ਿਆਦਾ ਯੂਜ਼ ਕਰਨਾ ਪੈਂਦਾ। ਸਿਰਫ ਇਹੀ ਨਹੀਂ, ਬਾਰਿਸ਼ ਦੀ ਮਾਤਰਾ ਤੇ ਉਹਦੀ ਡਿਸਟ੍ਰੀਬਿਊਸ਼ਨ ਦੋਨਾਂ ਤੇ ਹੀ ਬੜਾ ਇਹਦਾ ਇਫੈਕਟ ਪੈ ਰਿਹਾ, ਕਿਉਂਕਿ ਅਸੀਂ ਇਹ ਵੀ ਦੇਖਿਆ ਕਿ ਜਿਹੜੇ ਸਾਲਾਂ ਵਿੱਚ ਮੌਨਸੂਨ ਦੀ ਬਾਰਿਸ਼, ਵੈਸੇ ਟੋਟਲ ਬਾਰਿਸ਼ ਤਾਂ ਠੀਕ ਹੁੰਦੀ ਆ, ਅਸੀਂ ਉਹਨੂੰ ਨਾਰਮਲ ਬਾਰਿਸ਼ ਕਹਿੰਦੇ ਆ, ਬਟ ਉਹਦੇ ਵਿੱਚ ਵੀ ਡਰਾਈ ਸਪੈਲ ਬੜੇ ਲੰਬੇ ਹੁੰਦੇ ਨੇ, ਕਿਉਂਕਿ ਥੋੜੇ ਟਾਈਮ ਵਿੱਚ ਜ਼ਿਆਦਾ ਬਾਰਿਸ਼ ਹੋ ਜਾਂਦੀ ਆ, ਫਿਰ ਕਿੰਨਾ ਲੰਮਾ ਸਮਾਂ ਬਾਰਿਸ਼ ਨਹੀਂ ਹੁੰਦੀ, ਉਹਦੇ ਕਰਕੇ ਸਾਨੂੰ ਪਾਣੀ ਲਾਉਣਾ ਪੈਂਦਾ। ਸੋ ਇਹਨਾਂ ਦਾ ਫਸਲਾਂ ਤੇ ਬੜਾ ਮਾੜਾ ਅਸਰ ਹੋ ਰਿਹਾ। ਜੇ ਅਸੀਂ ਹੁਣ ਇਸ ਵਾਰੀ ਮੌਨਸੂਨ ਬਾਰਿਸ਼ ਦੀ ਭਵਿੱਖਬਾਣੀ ਦੀ ਗੱਲ ਕਰੀਏ, ਤਾਂ ਇੰਡੀਆ ਮੈਟਰੋਲੋਜੀਕਲ ਡਿਪਾਰਟਮੈਂਟ ਨੇ ਇਸ ਵਾਰੀ ਜਿਹੜੀ ਭਵਿੱਖਬਾਣੀ ਕੀਤੀ, ਉਹਨਾਂ ਨੇ ਕਿਹਾ ਕਿ ਲੌਂਗ ਟਰਮ ਐਵਰੇਜ ਦੀ 96% ਬਾਰਿਸ਼ ਜਿਹੜੀ ਸਾਡੇ ਦੇਸ਼ ਦੇ ਵਿੱਚ ਹੋਣ ਦੀ ਉਮੀਦ ਹੈਗੀ ਆ। ਸੋ ਅਸੀਂ ਕਹਿ ਸਕਦੇ ਹਾਂ ਕਿ ਆਲਮੋਸਟ ਨਾਰਮਲ ਜਿਹੜੀ ਮੌਨਸੂਨ ਬਾਰਿਸ਼ ਹੋਣ ਵਾਲੀ ਆ। ਸੋ ਅਸੀਂ ਇਹੀ ਹੁਣ ਸਾਰੇ ਐਕਸਪੈਕਟ ਕਰਦੇ ਹਾਂ ਕਿ ਜਿਹੜਾ ਇਹ ਵਾਲਾ ਮੌਨਸੂਨ ਸੀਜ਼ਨ ਹੈਗਾ, ਉਹਦੇ ਵਿੱਚ ਨਾਰਮਲ, ਠੀਕ ਠਾਕ, ਅੱਛੀ ਬਾਰਿਸ਼ ਹੋਊਗੀ ਤੇ ਉਹਦਾ ਫਸਲਾਂ ਨੂੰ ਬੜਾ ਫਾਇਦਾ ਹੋਊਗਾ। ਪੰਜਾਬ ਦੇ ਕਿਸਾਨਾਂ ਨੂੰ ਮੈਂ ਇਹੀ ਕਹਿਣਾ ਚਾਹੂੰਗੀ ਕਿ ਅਸੀਂ ਹਮੇਸ਼ਾ ਹੀ ਟਾਈਮ ਤੋਂ ਟਾਈਮ ਜਿਹੜੀ ਵੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਦੇ ਹਾਂ, ਚਾਹੇ ਉਹ ਆਉਣ ਵਾਲੇ ਦਿਨਾਂ ਵਿੱਚ ਟੈਂਪਰੇਚਰ ਦੀ ਹੋਵੇ, ਚਾਹੇ ਉਹ ਬਾਰਿਸ਼ ਦੀ ਹੋਵੇ, ਕਿ ਕਿਵੇਂ ਤੁਹਾਨੂੰ ਆਪਣੇ ਖੇਤੀ ਦੇ ਜਿਹੜੇ ਕੰਮਕਾਰ ਨੇ, ਕੰਮ ਧੰਦੇ ਨੇ, ਉਹਨਾਂ ਨੂੰ ਉਹਦੇ ਹਿਸਾਬ ਨਾਲ ਮੋਡੀਫਾਈ ਕਰਨਾ ਚਾਹੀਦਾ। ਸੋ ਤੁਸੀਂ ਉਹ ਹਮੇਸ਼ਾ ਜ਼ਰੂਰ ਧਿਆਨ ਨਾਲ ਸੁਣਿਆ ਕਰੋ, ਔਰ ਉਹਦੇ ਹਿਸਾਬ ਨਾਲ ਹੀ ਫਿਰ ਤੁਸੀਂ ਆਪਣੇ ਜਿਹੜੇ ਖੇਤੀ ਦੇ ਕੰਮ ਧੰਦੇ ਨੇ, ਉਹਨਾਂ ਦੀ ਵਿਉਂਤਬੰਦੀ ਕਰਿਆ ਕਰੋ, ਤਾਂ ਕਿ ਅਸੀਂ ਜਿਹੜੇ ਵੈਦਰ ਦੀ ਵੇਰੀਏਬਿਲਿਟੀ ਵੱਧ ਰਹੀ ਆ, ਉਹਦੇ ਤੋਂ ਫਸਲਾਂ ਨੂੰ ਹੋਣ ਵਾਲੇ ਨੁਕਸਾਨ ਨੂੰ ਘੱਟ ਕਰ ਸਕੀਏ। ਦੇਖਿਆ ਲੁਪਿੰਦਰ ਜੀ, ਬਹੁਤ ਵਧੀਆ ਜਾਣਕਾਰੀ। ਛੋਟੀਆਂ ਗੱਲਾਂ ਆ ਜੀ, ਜੇ ਛੋਟੇ ਕਹਿੰਦੇ ਹੁੰਦੇ ਆ ਭਈ ਬੂੰਦ ਕਰਕੇ ਸਾਗਰ ਭਰਦਾ ਜੀ, ਹਨਾ। ਹੌਲੀ ਅਸੀਂ ਤੁਰਾਂਗੇ, ਛੋਟੇ ਕਦਮ ਹੀ ਚੁੱਕਾਂਗੇ ਤੇ ਇੱਕ ਦਿਨ ਮੰਜ਼ਿਲ ਤੇ ਜ਼ਰੂਰ ਪਹੁੰਚਾਂਗੇ। ਬਿਲਕੁਲ ਜੀ। ਅੱਛਾ ਡਾਕਟਰ ਸਾਹਿਬ, ਮੈਨੂੰ ਪਤਾ ਵੀ ਆਪਾਂ ਅੱਗੇ ਵੀ ਇਸ ਵਿਸ਼ੇ ਤੇ ਗੱਲਾਂ ਬਾਤਾਂ ਕੀਤੀਆਂ 1-2 ਵਾਰੀ। ਹੁਣ ਆਪਾਂ ਐਤਕੀ ਦੀ ਗੱਲ ਲੈ ਲਈਏ, ਆ ਜਿਹੜਾ ਨਵਾਂ ਸਾਲ ਚੜ੍ਹਿਆ, ਫਰਵਰੀ 'ਚ ਗਰਮੀ ਹੋ ਜਾਂਦੀ ਆ,
ਉਦੋਂ ਇਦਾਂ ਲੱਗਣ ਲੱਗ ਪੈਂਦਾ ਵੀ ਭਾਈ ਪੱਖੇ ਵੀ ਚੱਲ ਪੈਣੇ ਆ ਤੇ ਖਰੇ ਹੋਰ ਠੰਡੀ ਹਵਾ ਵੀ ਲੈਣੀ ਪੈਣੀ ਕਿਤੋਂ। ਤੇ ਕੁਛ ਮਨ ਦਾ ਇਹ ਸੀਗਾ ਵੀ ਮਨ ਥੋੜ੍ਹਾ ਜਿਹਾ ਉਦੋਂ ਡਰਦਾ ਵੀ ਸੀ ਵੀ ਜੇ ਇਦਾਂ ਹੀ ਗਰਮੀ ਹੋਈ ਭਾਈ ਇਹ ਤਾਂ ਸਾਡੀ ਜਿੱਦਾਂ ਪਿਛਲੇ ਸਾਲ ਝਾੜ ਘਟਿਆ ਸੀ ਕਣਕ ਦਾ, ਕਿਤੇ ਐਤਕੀ ਵੀ ਇਦਾਂ ਹੀ ਨਾ ਹੋ ਜਾਏ। ਉਸ ਤੋਂ ਬਾਅਦ ਮਾਰਚ ਚੜ੍ਹਦਾ, ਠੰਡ ਫੇਰ ਵਧਣੀ ਸ਼ੁਰੂ ਹੋ ਜਾਂਦੀ ਮਾਰਚ ਦੇ ਅਖੀਰ ਜਿਹੇ 'ਚ ਆ ਕੇ, ਤੇ ਆ ਅਪ੍ਰੈਲ ਸਾਰਾ ਲੰਘ ਗਿਆ ਤੇ ਮੈਨੂੰ ਇਦਾਂ ਲੱਗਦਾ ਵੀ ਅਪ੍ਰੈਲ ਸਵੇਰੇ ਬੰਦੇ ਨੂੰ ਚਾਦਰ ਲੈ ਕੇ ਸੌਣਾ ਪੈਂਦਾ। ਇਹ ਜਿਹੜਾ ਸਾਰਾ ਬਦਲਾਅ ਆ ਇਹ ਕੀ ਆ, ਇਹਨੂੰ ਕਿੱਦਾਂ ਸਮਝੀਏ ਅਸੀਂ? ਇਸ ਤਰ੍ਹਾਂ ਤੇਜਪਾਲ ਜੀ, ਇਹ ਜਿਉਂ-ਜਿਉਂ ਆਪਾਂ ਪਿੱਛੇ ਝਾਤ ਮਾਰੀਏ ਜੀ ਤਾਂ ਜਿਹੜਾ ਇੱਕ ਉਦਯੋਗਿਕ ਆਪਾਂ ਯੁੱਗ ਦੀ ਗੱਲ ਕਰੀਏ ਤਾਂ ਉਹ ਤਕਰੀਬਨ ਜੇ 1870 ਦੇ ਆਸ-ਪਾਸ ਪਹਿਲਾਂ ਤੇ ਉਹ ਬ੍ਰਿਟਨ ਦੇ ਵਿੱਚ, ਇੰਗਲੈਂਡ ਦੇ ਵਿੱਚ ਆਇਆ, ਹਾਂਜੀ, ਫਿਰ 1760 ਦੇ ਵਿੱਚ ਤੇ 1854 ਦੇ ਵਿੱਚ ਆਇਆ ਭਾਰਤ ਦੇ ਵਿੱਚ। ਸੋ ਮੇਰਾ ਕਹਿਣ ਦਾ ਭਾਵ ਇਹ ਆ ਕਿ ਜਦੋਂ ਉਹ ਇੱਕਦਮ ਆਪਾਂ ਉਦਯੋਗਿਕ ਕ੍ਰਾਂਤੀ ਵੱਲ ਵਧੇ ਆ, ਉਸ ਤੋਂ ਪਹਿਲੇ ਸਮੇਂ ਨੂੰ ਤੇ ਅੱਜ ਦੇ ਸਮੇਂ ਨੂੰ ਜੇ ਆਪਾਂ ਦੇਖੀਏ ਜੀ, ਤੇ ਉਸ ਤਾਪਮਾਨ ਨੂੰ ਤੇ ਅੱਜ ਦੇ ਤਾਪਮਾਨ ਨੂੰ ਵੇਖੀਏ ਤੇ ਉਹਦੇ ਵਿੱਚ ਬੜਾ ਤੇਜ਼ੀ ਨਾਲ ਬਦਲਾਅ ਆ ਰਿਹਾ। ਬਿਲਕੁਲ। ਉਦਾਹਰਣ ਦੇ ਤੌਰ ਤੇ ਤੁਸੀਂ ਗੱਲ ਕੀਤੀ ਹੈ ਹੁਣੇ ਹੀ ਕਿ 2022 ਸਨ ਜਿਹੜਾ ਸੀ ਜੀ, ਉਹ ਲਗਾਤਾਰ 6ਵਾਂ ਸਾਲ ਐਸਾ ਲੰਘਿਆ ਵਾ ਜਿਹਦੇ ਵਿੱਚ ਤਾਪਮਾਨ ਵੱਧ ਤੋਂ ਵੱਧ ਰਿਕਾਰਡ ਹੀ ਤੋੜੀ ਗਿਆ ਪਿਛਲੇ। ਜੀ, ਤੇ ਐਰਕੀ ਵੀ ਇਦਾਂ ਹੀ ਹੋਇਆ। ਏਦਾਂ ਹੀ ਤੁਸੀਂ ਜਨਵਰੀ ਫਰਵਰੀ ਦੀਆਂ ਗੱਲਾਂ ਕੀਤੀਆਂ ਵਾ, ਆਹ, ਇਹ ਚੇਤਾ ਹੀ ਨਹੀਂ ਸੀ ਸਾਨੂੰ। ਅੱਜ ਆਪਾਂ ਦੇਖ ਲਓ ਕਿ ਸਾਰੇ ਜਾਣੇ ਪੂਰੀਆਂ ਬਾਂਹ ਦੀਆਂ ਕਮੀਜ਼ਾਂ ਪਾਈ ਫਿਰਦੇ ਬੈਠੇ ਆ। ਤੇ ਬਿਲਕੁਲ। ਮਹੀਨਾ ਮਈ ਦਾ ਚੜ੍ਹਨ ਵਾਲਾ, ਆਹ, ਜਦ ਕਿ ਏਸੀ ਚੱਲਣੇ ਚਾਹੀਦੇ ਸੀ। ਇਸ ਕਰਕੇ ਇਹੀ ਬਦਲਾਅ ਆ। ਉਹ ਜਿਹੜਾ ਤਾਪਮਾਨ ਦੇ ਵਿੱਚ ਇੱਕ ਤਰ੍ਹਾਂ ਬਹੁਤ ਤੇਜ਼ੀ ਨਾਲ ਵਾਧਾ ਜਿਹੜਾ ਪਿਛਲੇ 100 ਸਾਲਾਂ ਦੇ ਵਿੱਚ ਆਇਆ ਵਾ, ਉਹਨੇ ਸਾਡੀ ਜ਼ਿੰਦਗੀ ਨੂੰ ਪੂਰਾ ਬਦਲ ਕੇ ਰੱਖ ਦਿੱਤਾ ਵਾ। ਚਾਹੇ ਉਹ ਸਾਡੀ ਖੇਤੀਬਾੜੀ ਆ, ਚਾਹੇ ਉਹ ਸਾਡਾ ਆਮ ਜੀਵਨ ਆ। ਸੋ ਉਹ ਜਿਹੜਾ ਤਾਪਮਾਨ ਦੇ ਵਿੱਚ ਪਿਛਲੇ 100 ਸਾਲ ਦੇ ਵਿੱਚ ਤਕਰੀਬਨ 1 ਡਿਗਰੀ ਸੈਂਟੀਗ੍ਰੇਡ ਜਾਂ ਇਹਦੇ ਵਿੱਚ ਭਵਿੱਖਬਾਣੀਆਂ ਹੋਰ ਕੀਤੀਆਂ ਜਾ ਰਹੀਆਂ ਵਾ ਕਿ ਇਹ 1.5 ਡਿਗਰੀ ਸੈਂਟੀਗ੍ਰੇਡ ਤੱਕ ਵੱਧ ਜਾਊਗਾ। ਤੇ ਜੇ ਤਾਪਮਾਨ ਇਦਾਂ ਵੱਧਦਾ ਰਿਹਾ ਤੇ ਸਾਡੇ ਵਾਸਤੇ ਬਹੁਤ ਸਮੱਸਿਆਵਾਂ ਜਿਹੜੀਆਂ ਉਹ ਆ ਸਕਦੀਆਂ ਵਾ। ਜੀ ਜੀ ਜੀ। ਸੋ ਇਹਦੇ ਕਾਰਨ ਬਹੁਤ ਸਾਰੇ ਨੇ, ਆਪਾਂ ਵਿਸਤਾਰ 'ਚ ਗੱਲ ਕਰਦੇ ਹਾਂ, ਪਰੰਤੂ ਇਹ ਤਾਪਮਾਨ ਨੂੰ ਸਮਝਣਾ ਪਹਿਲਾਂ ਜੀ ਕਿ ਇਹ ਵਾਧੇ ਦਾ ਕਾਰਨ ਕੀ ਹੈ, ਇਹ ਬਹੁਤ ਜ਼ਰੂਰੀ ਹੈ। ਇਹ ਕਿਉਂ ਹੋ ਰਿਹਾ ਵਾ? ਕਿਉਂਕਿ ਕੁਦਰਤ ਜਿਹੜੀ ਬੜੀ ਬੇਅੰਤ ਆ, ਸਾਨੂੰ ਜੋ ਵੀ ਕੁਦਰਤ ਨੇ ਬਖਸ਼ਿਆ ਵਾ ਉਹ ਇੱਕ ਮਿਕਦਾਰ ਦੇ ਵਿੱਚ, ਇੱਕ ਲਿਮਟ ਦੇ ਵਿੱਚ ਬਖਸ਼ਿਆ ਸੀ ਜੀ। ਭਾਵੇਂ ਕਿ ਉਹ ਗੈਸਾਂ ਜਿਹੜੀਆਂ ਵਾ, ਕਾਰਬਨ ਡਾਈਆਕਸਾਈਡ ਗੈਸ ਆ, ਮੀਥੇਨ ਗੈਸ ਆ, ਜਾਂ ਹੋਰ ਗੈਸਾਂ ਜਿਹੜੀਆਂ ਹੈਗੀਆਂ ਵਾ ਜੀ, ਉਹ ਗੈਸਾਂ ਤੇ ਸਾਨੂੰ ਚਾਹੀਦੀਆਂ ਸੀ। ਕਿਉਂਕਿ ਜੇ ਉਹ ਕਾਰਬਨ ਡਾਈਆਕਸਾਈਡ ਗੈਸ ਜਿਹੜੀ ਹੈ, ਜਿਹਨੂੰ ਮੁੱਖ ਤੌਰ ਤੇ ਕਾਰਨ ਹੀ ਸਮਝਿਆ ਜਾਂਦਾ ਕਿ ਤਾਪਮਾਨ 'ਚ ਵਾਧੇ ਦਾ, ਜੇ ਉਹ ਗੈਸ ਨਾ ਹੁੰਦੀ ਤੇ ਜੀਵਨ ਧਰਤੀ ਦੇ ਉੱਤੇ ਇਹ ਪੋਸੀਬਲ ਨਹੀਂ ਸੀ ਹੋਣਾ। -18 ਡਿਗਰੀ ਟੈਂਪਰੇਚਰ ਹੋਣਾ ਸੀ। ਹਾਂਜੀ। ਤੇ ਇਹ ਉਹ ਗੈਸਾਂ ਜਿਹੜੀਆਂ ਸਾਨੂੰ ਜੀਵਨ ਦੇ ਰਹੀਆਂ, ਆਪਾਂ ਰਹਿਣ ਦੇ ਕਾਬਲ ਆ। ਸੋ ਉਹ ਗੈਸਾਂ ਚਾਹੀਦੀਆਂ ਤਾਂ ਸੀ, ਪਰੰਤੂ ਸਾਡੀਆਂ ਕੁਝ ਗਲਤੀਆਂ ਕਰਕੇ ਉਹ ਗੈਸਾਂ ਦਾ ਬਹੁਤ ਜ਼ਿਆਦਾ ਰਿਸਾਵ ਹੋ ਗਿਆ, ਜਿਹਦੇ ਕਰਕੇ ਉਹ ਤਾਪਮਾਨ ਅੱਜ ਵੱਧ ਰਿਹਾ ਤੇ ਲੋੜ ਤੋਂ ਵੱਧ ਗਿਆ। ਇਹ ਸਾਡੀ ਜਿਹੜੀ ਉਹ ਵਾਤਾਵਰਨ ਦਾ, ਇਹਨੂੰ ਅਸੀਂ ਬਦਲਾਵ ਦੇ ਤੌਰ ਤੇ ਜਿਹੜਾ ਉਹ ਲੈ ਰਹੇ ਹਾਂ। ਜੀ ਜੀ ਜੀ। ਤੇਜਪਾਲ ਜੀ, ਡਾਕਟਰ ਸਾਹਿਬ ਨੇ ਬਹੁਤ ਵਧੀਆ ਗੱਲ ਕੀਤੀ ਵੀ ਜਿਹੜਾ ਇਹ ਜਲਵਾਯੂ ਪਰਿਵਰਤਨ ਆ ਜੀ, ਇਹ ਸਾਡੇ ਖੇਤੀ ਖੇਤਰ ਨੂੰ ਤਾਂ ਪ੍ਰਭਾਵਿਤ ਕਰ ਹੀ ਰਿਹਾ, ਬਿਲਕੁਲ, ਨਾਲ ਜਿਹੜਾ ਧਰਤੀ ਦੇ ਉੱਪਰ ਸਮੁੱਚਾ ਜਨ ਜੀਵਨ ਆ ਉਹਨੂੰ ਵੀ ਪ੍ਰਭਾਵਿਤ ਕਰ ਰਿਹਾ। ਔਰ ਪਿੱਛੇ ਤੁਸੀਂ ਦੇਖਿਆ ਕਿ ਇਹਦੇ ਜਿਹੜੇ ਸਿੱਟੇ ਆ ਉਹ ਬੜੇ ਗੰਭੀਰ ਆ ਰਹੇ। ਬਿਲਕੁਲ। ਸੋ ਡਾਕਟਰ ਸਾਹਿਬ, ਤੁਸੀਂ ਗੱਲ ਕੀਤੀ ਵੀ ਖੇਤੀ ਖੇਤਰ ਨੂੰ ਪ੍ਰਭਾਵਿਤ ਕਰਦਾ ਮੌਸਮੀ ਤਬਦੀਲੀਆਂ ਆਉਂਦੀਆਂ, ਇਸ ਤੋਂ ਇਲਾਵਾ ਹੋਰ ਵੀ ਕੋਈ ਕਾਰਨ ਨੇ ਜਿਹੜੀਆਂ ਮੌਸਮੀ ਤਬਦੀਲੀਆਂ ਆਉਣ ਦੇ ਔਰ ਸਾਡੇ ਖੇਤੀ ਖੇਤਰ ਨੂੰ ਕਿਸ ਹੱਦ ਤੱਕ ਪ੍ਰਭਾਵਿਤ ਕਰਦਾ? ਡਾਕਟਰ ਸਾਹਿਬ, ਇਸ ਤਰ੍ਹਾਂ ਹੈ ਕਿ ਜਿਵੇਂ ਆਪਾਂ ਗੱਲ ਕਰ ਰਹੇ ਸੀ ਕਿ ਇਹ ਟੈਂਪਰੇਚਰ ਦਾ ਵਾਧਾ ਜਿਹੜਾ ਵਾ ਮੁੱਖ ਤੌਰ ਤੇ, ਕਿਉਂਕਿ ਜਿਹੜਾ ਸਾਡਾ ਦੇਸ਼ ਆ ਉਹ ਖੇਤੀਬਾੜੀ ਇੱਕ ਸੂਬਾ ਦੇਸ਼ ਹੈ ਜੀ। ਬਿਲਕੁਲ। ਤੇ ਜ਼ਿਆਦਾਤਰ ਲੋਕ, ਤਕਰੀਬਨ 70% ਲੋਕ ਜਿਹੜੇ ਆ ਉਹ ਖੇਤੀ ਦੇ ਦਰ ਤੇ, ਸਿੱਧੇ ਤੌਰ ਤੇ ਸਿੱਧੇ ਤੌਰ ਤੇ ਰੋਟੀ ਆਪਾਂ ਸਾਰੇ ਖਾਂਦੇ ਆ। ਸੋ ਕੁੱਲ ਮਿਲਾ ਕੇ ਗੱਲ ਕਰੀਏ ਤੇ ਆਪਾਂ ਸਾਰੇ ਹੀ ਉੱਤੇ ਨਿਰਭਰ ਕਰਦੇ ਹਾਂ, ਖੇਤੀ ਦੇ ਉੱਤੇ। ਜੇ ਸਾਡੀ ਖੇਤੀ ਜਿਹੜੀ ਆ ਕਾਮਯਾਬ ਆ ਤੇ ਸਾਡਾ ਜਿਹੜੇ ਚਿਹਰੇ ਤੇ ਖੁਸ਼ੀ ਹੈ, ਨਹੀਂ ਤੇ ਸਾਡੇ ਤੇ ਸਮੱਸਿਆ ਜਿਵੇਂ ਬਹੁਤ ਜ਼ਿਆਦਾ ਆਉਂਦੀਆਂ। ਬਿਲਕੁਲ। ਪਿਛਲੇ 2022 ਦਾ ਜਿਹੜਾ ਸਮਾਂ ਸੀ, ਇਹਨਾਂ ਦਿਨਾਂ ਦੇ ਵਿੱਚ ਹੀ ਆਪਾਂ ਜੇ ਝਾਤ ਮਾਰੀਏ ਤੇ ਫਰਵਰੀ ਦੇ ਮਹੀਨੇ ਦੇ ਵਿੱਚ ਹੀ ਤਾਪਮਾਨ ਬਹੁਤ ਵੱਧ ਗਿਆ, ਮਾਰਚ ਦੇ ਮਹੀਨੇ ਦੇ ਵਿੱਚ ਵੀ। ਬਿਲਕੁਲ। ਉਹਦੇ ਨਾਲ ਸਾਡੇ ਕਣਕ ਦਾ ਦਾਣਾ ਬਹੁਤ ਸੁੰਗੜ ਗਿਆ ਜੀ, ਤੇ ਸਾਡੀ ਜਿਹੜੀ ਪੈਦਾਵਾਰ, ਕਣਕ ਦੀ ਪੈਦਾਵਾਰ ਸੀ, ਉਹ 6% ਤੱਕ ਘਟ ਗਈ ਜੀ। ਇਹ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਸੀ। ਬਿਲਕੁਲ। ਕਿਉਂਕਿ ਇਹ ਭਾਰਤ ਇਹੋ ਜਿਹਾ ਦੇਸ਼ ਹੈ ਜਿਹੜਾ
ਆਪਣੇ ਦੇ ਲੋਕਾਂ ਨੂੰ ਰੋਟੀ ਨਹੀਂ ਦਿੰਦਾ, ਪੂਰੇ ਸੰਸਾਰ ਨੂੰ ਜਿਹੜਾ ਵਾ ਉਹ ਰਿਜ਼ਕ ਦਿੰਦਾ, ਰੋਟੀ ਦਿੰਦਾ ਜੀ। ਇਸ ਵਾਰੀ ਤੁਸੀਂ ਦੇਖ ਲਓ, ਇਸ ਵਾਰੀ ਉਹ ਤਾਪਮਾਨ ਜਿਹੜਾ ਵਾ, ਸਾਰੀ ਜਿਹੜੀ ਸਰਦੀ ਆ ਆਹ, ਕੋਈ ਮੀਂਹ ਨਹੀਂ ਪਿਆ, ਬਿਲਕੁਲ ਸੁੱਕੀ ਲੰਘ ਲੰਘ ਗਈ। ਤੇ ਇੱਕਦਮ ਬਾਰਿਸ਼ਾਂ ਪਈਆਂ ਤੇ ਉਹ ਬਾਰਿਸ਼ਾਂ 1 ਮਹੀਨਾ ਪਹਿਲਾਂ ਪੈ ਗਈਆਂ। ਜੀ ਜੀ ਸੋ ਕਹਿਣ ਦਾ ਮਤਲਬ ਇਹ ਹੈ ਕਿ ਮੌਸਮ ਦੇ ਵਿੱਚ ਇੰਨੀ ਤਬਦੀਲੀ ਆਈ, ਸਾਰੀਆਂ ਕਣਕਾਂ ਵਿਛ ਗਈਆਂ। ਆਮ ਕਰਕੇ ਸੋਚਿਆ ਜਾਂਦਾ ਸੀ ਕਿ ਝਾੜ ਬਹੁਤ ਘਟੂਗਾ, ਬਿਲਕੁਲ, ਪਰੰਤੂ ਉਹਦੇ ਵਿੱਚ ਜਿਹੜਾ ਝਾੜ ਦੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਦਾ ਤਕਰੀਬਨ ਬਰਾਬਰ ਰਹਿ ਗਿਆ। ਪਰ ਜਿੰਨਾ ਕਿਸਾਨਾਂ ਵੱਲੋਂ ਆਸ ਕੀਤੀ ਜਾਂਦੀ ਸੀ, ਕਿਉਂਕਿ ਕਿਸਾਨਾਂ ਨੇ ਨਵੀਆਂ ਕਿਸਮਾਂ ਲਾਈਆਂ ਸੀ ਜਿਨ੍ਹਾਂ ਦਾ ਬਹੁਤ ਜਿਹੜੀ ਸ਼ਕਤੀ ਸੀ ਪੈਦਾਵਾਰ ਦੀ ਉਹ ਬਹੁਤ ਜ਼ਿਆਦਾ ਸੀ, ਪਰੰਤੂ ਫਿਰ ਵੀ ਪਿਛਲੇ ਸਾਲ ਜਿੰਨਾ ਝਾੜ ਜਿਹੜਾ ਉਹਦੇ ਲਾਗੇ ਛਾਗੇ ਆਉਣ ਦੀ ਆਸ ਹੈਗੀ ਐਤਕੀ। ਸੋ ਮੌਸਮ ਦਾ ਬਦਲਾਅ ਵੀ ਆ ਜਿਹੜਾ ਸਾਡੀ ਇਸ ਪੈਦਾਵਾਰ ਨੂੰ ਤਾਂ ਠਾਂ ਕਰਦਾ ਪਿਆ ਤੇ ਜਿਹਦੀ ਸਾਨੂੰ ਸਮਝ ਤੋਂ ਬਾਹਰ ਆ। ਕਿਉਂਕਿ ਜੇ ਫਰਵਰੀ ਦੇ ਵਿੱਚ ਇੱਕ ਸਾਲ ਫਰਵਰੀ 'ਚ ਤਾਪਮਾਨ ਵੱਧ ਜਾਂਦਾ, ਇੱਕ ਸਾਲ ਮਾਰਚ 'ਚ ਵੱਧ ਜਾਂਦਾ ਵਾ। ਸੋ ਇਹ ਸਾਨੂੰ ਸਾਰਿਆਂ ਨੂੰ ਜਿਹੜਾ ਵਾ ਉਹ ਸੁਚੇਤ ਹੋਣਾ ਪਊਗਾ, ਕਿਉਂਕਿ ਇਹ ਜਿਹੜਾ ਖੇਤੀ ਪ੍ਰਧਾਨ ਸਾਡਾ ਦੇਸ਼ ਆ ਤੇ ਤਾਪਮਾਨ ਦਾ 1 ਡਿਗਰੀ ਵਾਧੇ ਦੇ ਨਾਲ ਹੀ ਜਿਹੜਾ ਮਾਹਿਰ ਤੇ ਇਹ ਦੱਸਦੇ ਆ ਵੀ 6 ਡਿਗਰੀ ਤੋਂ ਲੈ ਕੇ ਤੇ 27% ਤੱਕ ਝਾੜ ਦੇ ਵਿੱਚ ਫਸਲਾਂ ਦੇ ਵਿੱਚ ਕਮੀ ਆ ਸਕਦੀ ਆ। ਇੰਨਾ ਜ਼ਿਆਦਾ ਜਿਹੜਾ ਸਾਡੀਆਂ ਫਸਲਾਂ ਤੇ ਉਹ ਪ੍ਰਭਾਵ ਕਰਦਾ। ਡਾਕਟਰ ਸਾਹਿਬ, ਇਹ ਪ੍ਰਭਾਵ ਜਦੋਂ ਅਸੀਂ ਖੇਤੀਬਾੜੀ ਦਾ ਖਾਸ ਕਰਕੇ ਗੱਲ ਕਰਦੇ ਆ, ਇਹਨੂੰ ਘੱਟ ਕਿਵੇਂ ਕੀਤਾ ਜਾ ਸਕਦਾ ਹੈ, ਜਾਂ ਅਸੀਂ ਉਹ ਕਿਹੜੀਆਂ ਗੱਲਾਂ ਦਾ ਕਿਸਾਨ ਦੇ ਤੌਰ ਤੇ ਖਿਆਲ ਰੱਖੀਏ, ਖੇਤੀ ਕਰਨ ਤੋਂ ਪਹਿਲਾਂ ਕਿਹੋ ਜਿਹੀ ਸਿੱਖਿਆ ਲਈਏ, ਕੀ ਕਰੀਏ ਵੀ ਇਹਦਾ ਜਿਹੜਾ ਪ੍ਰਭਾਵ ਸਾਡੇ ਤੇ ਘਟੇ ਤੇ ਸਾਡੇ ਜਿਹੜਾ ਆਮਦਨ ਦਾ ਸਰੋਤ ਵੀ ਹੈ ਤੇ ਉਸ ਤੋਂ ਵੀ ਵੱਡਾ ਸਾਡਾ ਜਿਹੜਾ ਅੰਨ ਭੰਡਾਰ ਹੈ ਉਹ ਤੇ ਬਹੁਤਾ ਅਸਰ ਨਾ ਪਵੇ। ਬਿਲਕੁਲ ਬਿਲਕੁਲ, ਬਹੁਤ ਵਧੀਆ ਗੱਲ ਕੀਤੀ ਕਿ ਜਿਹੜਾ ਸਾਡੀ ਜਿਹੜੀ ਫੂਡ ਸਿਕਿਉਰਿਟੀ ਹੈ, ਸਾਡਾ ਜਿਹੜਾ ਅੰਨ ਦੀ ਜਿਹੜਾ ਭੰਡਾਰਨ ਆ, ਉੱਤੇ ਸਭ ਤੋਂ ਵੱਡਾ ਜਿਹੜਾ ਅਸਰ ਪੈਂਦਾ। ਜੇ ਉੱਤੇ ਅਸਰ ਪੈਂਦਾ ਤੇ ਹਰ ਜੀਵਨ ਦੇ ਉੱਤੇ ਅਸਰ ਪੈਂਦਾ। ਈਵਨ ਤਾਂ ਮਨੁੱਖ ਹੀ ਨਹੀਂ, ਮਨੁੱਖ ਤੋਂ ਬਾਹਰ ਵੀ ਜਿਹੜਾ ਸਾਡੇ ਜੀਵ ਜੰਤੂ ਆ, ਪਸ਼ੂ ਪੰਛੀ ਆ, ਉਹਨਾਂ ਤੇ ਵੀ ਇਹਦਾ ਜਿਹੜਾ ਉਹ ਅਸਰ ਪੈਂਦਾ ਜੀ। ਤੇ ਇਹਦੇ ਵਿੱਚ ਕਿਉਂਕਿ ਹੁਣ ਇਹ ਕਣਕ ਵਾਲਾ ਸੀਜ਼ਨ, ਰੱਬੀ ਵਾਲਾ ਤੇ ਸਾਡਾ ਲੰਘ ਗਿਆ, ਬਿਲਕੁਲ ਹੁਣ ਸਾਡੀ ਸੌਣੀ ਜਿਹੜੀ ਆ ਉਹ ਤਕਰੀਬਨ ਸ਼ੁਰੂ ਹੋਣ ਜਾ ਰਹੀ ਆ। ਸੋ ਇਸ ਵਾਲੇ ਕਿਉਂਕਿ ਝੋਨਾ ਸਾਡੀ ਇੱਕ ਮੁੱਖ ਫਸਲ ਹੈ, ਬਿਲਕੁਲ, ਤੇ ਇਸ ਵੇਲੇ ਸਾਨੂੰ ਥੋੜਾ ਜਿਹਾ ਇਹ ਧਿਆਨ ਰੱਖਣਾ ਚਾਹੀਦਾ ਕਿ ਇਹ ਮੌਸਮ ਜਿਹੜਾ ਕਿਸ ਕਰਵਟ ਕਿਸੇ ਹੋਰ ਵੀ ਬੈਠ ਸਕਦਾ, ਮੌਸਮ ਕਿਵੇਂ ਵੀ ਦਾ ਵੀ ਹੋ ਸਕਦਾ। ਇਹ ਜ਼ਰੂਰੀ ਨਹੀਂ ਹੈ ਕਿ ਗਰਮੀ ਵੱਧ ਸਕਦੀ ਆ, ਜੀ ਜੀ, ਠੰਡਾ ਜਿਹੜਾ ਤਾਪਮਾਨ ਉਹ ਵੀ ਲੰਮਾ ਹੋ ਸਕਦਾ, ਮੀਂਹ ਵੀ ਆ ਸਕਦੇ ਆ, ਹਨੇਰੀਆਂ ਵੀ ਆ ਸਕਦੀਆਂ ਵਾ, ਬਿਲਕੁਲ ਇਹੀ ਜਲਵਾਯੂ ਪਰਿਵਰਤਨ ਆ। ਸੋ ਇਹਨਾਂ ਸਾਰੀਆਂ ਜਲਵਾਯੂ ਪਰਿਵਰਤਨ ਨੂੰ ਮੁੱਖ ਰੱਖਦੇ ਹੋਏ ਸਾਨੂੰ ਆਪਣੇ ਜਿਹੜੀ ਸਭ ਤੋਂ ਪਹਿਲੀ ਗੱਲ ਇਹ ਆ ਵੀ ਜੋ ਮਾਹਿਰਾਂ ਦੀਆਂ ਸਿਫਾਰਿਸ਼ਾਂ ਵਾ ਉਹਨੂੰ ਧਿਆਨ ਦੇ ਵਿੱਚ ਰੱਖਣਾ ਪਊਗਾ, ਉਹਨਾਂ ਦੇ ਨਾਲ ਸੰਪਰਕ ਵੀ ਬਣਾਉਣਾ ਪਊਗਾ। ਜਿਹੜੇ ਉਹ ਤਰੀਕੇ ਦੱਸਦੇ ਉਹ ਅਪਣਾਉਣੇ ਪੈਣਗੇ। ਬਿਲਕੁਲ, ਉਦਾਹਰਨ ਦੇ ਤੌਰ ਤੇ ਸਾਡੇ ਕੋਲ ਯੂਨੀਵਰਸਿਟੀਜ਼ ਨੇ ਬਹੁਤ ਸਾਰੀਆਂ ਕਿਸਮਾਂ ਦਿੱਤੀਆਂ ਨੇ, ਉਹ ਕਿਸਮਾਂ ਲੰਮਾ ਸਮਾਂ ਵਾਲੀਆਂ ਵੀ ਆ ਤੇ ਘੱਟ ਸਮਾਂ ਲੈਣ ਵਾਲੀਆਂ ਵੀ ਆ। ਸੋ ਸਭ ਤੋਂ ਪਹਿਲਾਂ ਤੇ ਇਹ ਵੀ ਆਪਾਂ, ਕਿਉਂਕਿ ਜਲਵਾਯੂ ਪਰਿਵਰਤਨ ਆ, ਪਤਾ ਨਹੀਂ ਲੱਗਦਾ ਕਿ ਆਉਂਦੇ 10 ਦਿਨਾਂ ਵਿੱਚ ਕੋਈ ਮੌਸਮ ਦੇ ਵਿੱਚ ਵੱਡੀ ਤਬਦੀਲੀ ਆ ਜੇ, ਇਸ ਕਰਕੇ ਸਾਨੂੰ ਉਹ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਨੂੰ ਜਿਹੜੀ ਤਰਜੀਹ ਦੇਣੀ ਚਾਹੀਦੀ ਹੈ। ਜੀ ਜੀ, ਨੰਬਰ 1। ਦੂਜੀ ਗੱਲ ਇਹ ਹੈ ਕਿ ਜਿਹੜੇ ਤਰੀਕੇ ਨੇ ਜੀ ਉਹ ਸਾਨੂੰ ਬਦਲਾਉਣੇ ਪੈਣੇ। ਅੱਛਾ ਜੀ, ਸਾਡੇ ਜਿਹੜੇ ਕੁਦਰਤੀ ਸਰੋਤ ਹੈ, ਜਿੱਦਾਂ ਪਾਣੀ ਆ, ਜੇ ਬਾਰਿਸ਼ ਜਿਹੜੀ ਘਟਦੀ ਆ ਜਾਂ ਗਾਂਹ ਪਿਛਾਂ ਹੋ ਜਾਂਦੀ ਆ ਤੇ ਉਹਦੇ ਵਾਸਤੇ ਸਾਡੂ ਜਿਹੜਾ ਜ਼ਮੀਨੀ ਪਾਣੀ ਤੇ ਜਿਹੜਾ ਬਹੁਤ ਸਾਡਾ ਜਿਹੜਾ ਵਾ ਉਹ ਉੱਤੇ ਅਸਰ ਪੈਂਦਾ ਵਾ। ਸਾਨੂੰ ਬਹੁਤ એનર્ਜੀ ਚਾਹੀਦੀ ਆ, એનર્ਜੀ ਵਾਸਤੇ ਸਾਨੂੰ ਬਿਜਲੀ ਬਾਲਣੀ ਪਊਗੀ, ਕੋਲਾ ਬਾਲਣਾ ਪਊਗਾ, ਉਹ ਫਿਰ ਵਾਤਾਵਰਨ ਨੂੰ ਬਦਲਾਵ ਕਰੂਗੀ। ਸੋ ਉਹਨੂੰ ਘੱਟ ਕਰਦੇ ਹੋਏ ਸਾਨੂੰ ਇਹੋ ਜਿਹੇ ਤਰੀਕੇ ਅਪਣਾਉਣੇ ਚਾਹੀਦੇ ਆ। ਪਹਿਲੇ 2 ਹਫ਼ਤੇ ਪਾਣੀ ਖੇਤ ਦੇ ਵਿੱਚ ਖੜਾ ਕਰਨਾ ਚਾਹੀਦਾ, ਉਸ ਤੋਂ ਬਾਅਦ ਸਾਨੂੰ ਬਿਲਕੁਲ ਪਾਣੀ ਜਿਹੜਾ ਉਹ ਵਤਰੇਵਾਂ ਦੇਣਾ ਚਾਹੀਦਾ। ਅੱਛਾ ਜੀ, ਉਹਦੇ ਨਾਲ ਝਾੜ ਬਿਲਕੁਲ ਨਹੀਂ ਘਟਦਾ। ਇਹ ਮਾਹਿਰਾਂ ਵੱਲੋਂ ਪੂਰਾ ਉਹਨਾਂ ਨੇ ਟੈਸਟ ਕਰ ਲਿਆ ਵਾ, ਕੋਈ ਫਰਕ ਨਹੀਂ ਪੈਂਦਾ ਇਸ ਤੇ। ਇਸ ਕਰਕੇ ਪਾਣੀ ਦਾ ਜਿਹੜਾ ਸਾਡਾ ਕੁਦਰਤੀ ਸੋਮਾ ਵਾ, ਇਹਨੂੰ ਆਪਾਂ ਨੂੰ ਬਚਾਉਣ ਵਾਸਤੇ, ਜਲਵਾਯੂ ਪਰਿਵਰਤਨ ਨੂੰ ਆਪਾਂ ਘਟਾਉਣ ਵਾਸਤੇ ਸਾਨੂੰ ਉਹ ਜਿਹੜੇ ਨਵੇਂ-ਨਵੇਂ ਤਰੀਕੇ ਆ ਉਹ ਅਪਣਾਉਣੇ ਚਾਹੀਦੇ ਆ। ਸੋ ਉਹ ਪਾਣੀ ਸੰਜਮ ਨਾਲ ਆਪਾਂ ਦਈਏ। ਦੂਜੀ ਗੱਲ ਇਹ ਆ ਕਿ ਪਾਣੀ ਦੇ ਵਿੱਚ ਹੋਰ ਤਰੀਕੇ ਵੀ ਬਹੁਤ ਨੇ, ਜਿਵੇਂ ਕਿ ਵੱਟਾਂ ਤੇ ਕੋਈ ਝੋਨਾ ਲਾ ਰਿਹਾ, ਕੋਈ ਸਿੱਧੀ ਬਿਜਾਈ ਕਰ ਰਿਹਾ ਵਾ, ਜਿੱਥੇ ਮਾਫਕ ਆ ਉੱਥੇ ਸਿੱਧੀ ਬਿਜਾਈ ਵੀ ਕਰਨੀ ਚਾਹੀਦੀ ਹੈ। ਜਿੱਥੇ ਵੱਟਾਂ ਬਣ ਸਕਦੀਆਂ ਆਸਾਨੀ ਨਾਲ, ਉੱਥੇ ਵੱਟਾਂ ਦੇ ਵੀ ਝੋਨਾ ਲਾਇਆ ਜਾ ਸਕਦਾ, ਮਸ਼ੀਨ ਨਾਲ ਵੀ ਝੋਨਾ ਲਾਇਆ ਜਾ ਸਕਦਾ। ਜੇ ਝੋਨਾ ਆਪਾਂ ਨਹੀਂ ਲਾਉਣਾ ਤੇ ਹੋਰ ਫਸਲਾਂ ਵੀ ਆਪਾਂ ਲਾ ਸਕਦੇ ਹਾਂ, ਜਿਵੇਂ ਕਿ ਸਾਡੀ ਮੱਕੀ ਹੈ।
ਇਸ ਸੀਜ਼ਨ ਵਾਸਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇਹ ਸਿਫਾਰਿਸ਼ ਕੀਤੀ ਗਈ ਆ ਬਿਲਕੁਲ ਕਿ ਮੱਕੀ ਜਿਹੜੀ ਲਾਓ, ਕਿਉਂਕਿ ਉਹ ਬਹੁਤ ਘੱਟ ਪਾਣੀ ਲੈਂਦੀ ਹੈ। ਜੀ ਇਸੇ ਤਰ੍ਹਾਂ ਹੀ ਜੇ ਝੋਨੇ ਦੀ ਜਗ੍ਹਾ ਤੇ ਆਪਾਂ ਬਾਸਮਤੀ ਲਾ ਦਈਏ, ਜੀ ਉਹ ਵੀ ਪਾਣੀ ਘੱਟ ਲੈਂਦੀ, ਕਿਉਂਕਿ ਜਦੋਂ ਬਾਸਮਤੀ ਸਾਡਾ ਲਾਉਣ ਦਾ ਸਮਾਂ ਵਾ ਉਦੋਂ ਬਾਰਿਸ਼ ਆ ਜਾਂਦੀਆਂ ਜੀ। ਤੇ ਸਾਡਾ ਕੁਦਰਤੀ ਜਿਹੜਾ ਮੀਂਹ ਆ ਉਹ ਕੁਦਰਤੀ ਪਾਣੀ ਜਿਹੜਾ ਉਹਦੇ ਨਾਲ ਹੀ ਉਹ ਪਲ ਜਾਂਦੀ ਹੈ। ਸੋ ਇਹ ਤਕਨੀਕਾਂ ਨੂੰ ਜਿਹੜਾ ਜ਼ਰੂਰ ਆਪਾਂ ਧਿਆਨ ਦੇ ਵਿੱਚ ਰੱਖੀਏ ਤੇ ਆਪਾਂ ਪੈਦਾਵਾਰ ਜਿਹੜੀ ਆ ਉਹ ਫਸਲਾਂ ਦੀ ਲਈਏ। ਅੱਛਾ ਡਾਕਟਰ ਸਾਹਿਬ, ਜਿੱਦਾਂ ਬਦਲਵੇਂ ਪ੍ਰਬੰਧ ਤਾਂ ਕਰਨੇ ਚਾਹੀਦੇ ਆ, ਜੇ ਅਸੀਂ ਆਪਣਾ ਫਸਲੀ ਚੱਕਰ ਬਦਲੀਏ ਉਹ ਤਾਂ ਬਦਲ ਹੀ ਸਕਦੇ ਆ। ਬਿਲਕੁਲ। ਤੇ ਆ ਜਿਹੜੀ ਤੁਸੀਂ ਝੋਨੇ ਦੀ ਗੱਲ ਕਰਦੇ ਹੋ, ਸਿੱਧੀ ਬਿਜਾਈ ਆ, ਲੋਕ ਲੁਪਿੰਦਰ ਜੀ ਬਹੁਤ ਹੋ ਗਏ ਆ ਜੀ। ਇਹਦਾ ਕਿੰਨਾ ਕੁ ਵੱਡਾ ਅਸਰ ਆ ਪਾਣੀ, ਜਿਹੜੇ ਆਪਾਂ ਕਹਿੰਦੇ ਆ ਵੀ ਪਾਣੀ ਬਚਾਉਣ ਦੇ ਵਿੱਚ ਕਿੰਨਾ ਕੁ ਵੱਡਾ ਅਸਰ ਦੇਖਣ ਨੂੰ ਮਿਲਿਆ ਆਪਾਂ ਨੂੰ? ਦੇਖੋ, ਜਿਹੜੀ ਸਿੱਧੀ ਬਿਜਾਈ ਆ ਇਹ ਕਿਉਂਕਿ ਜਿਹੜੀਆਂ ਨਵੀਆਂ ਤਕਨੀਕਾਂ ਯੂਨੀਵਰਸਿਟੀ ਜੇ ਇੱਕ ਦਿੰਦੀ ਹੈ ਤੇ ਉਹ ਤਕਨੀਕਾਂ ਕਿਸੇ ਖਾਸ ਉਹ ਸਾਰੇ ਆਪਾਂ ਵਿਆਪਕ ਪੱਧਰ ਤੇ ਉਹਨੂੰ ਅਪਣਾ ਨਹੀਂ ਸਕਦੇ ਜੀ। ਕਿਸੇ ਪਿੰਡ ਦੇ ਵਿੱਚ ਕਿਸ ਤਰ੍ਹਾਂ ਦੀ ਜ਼ਮੀਨ ਆ, ਬਿਲਕੁਲ। ਕਿਤੇ ਸਾਡਾ ਸੂਬਾ ਜਿਹੜਾ ਬੜਾ ਇੱਕ ਵਿਸ਼ਾਲ ਆ, ਜੀ 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 ਠੀਕ ਹੈ ਜੀ, ਕਿਤੇ ਸਾਡੀ ਜ਼ਮੀਨ ਥੋੜੀ ਰੇਤਲੀ ਆ, ਕਿਤੇ ਉਹ ਭਾਰੀਆਂ ਜ਼ਮੀਨਾਂ ਵਾ, ਕਿਤੇ ਹਲਕੀਆਂ ਵਾ, ਕਿਤੇ ਥੋੜੀਆਂ ਕਲਰ ਵਾਲੀਆਂ। ਸੋ ਸਾਨੂੰ ਮਾਹਿਰਾਂ ਦੇ ਨਾਲ ਜੁੜਨਾ ਪਊਗਾ ਪਹਿਲਾਂ, ਕਿਉਂਕਿ ਬਹੁਤ ਸਾਰੇ ਸਾਡੇ ਸਫਲ ਕਿਸਾਨ ਨੇ ਜਿਨ੍ਹਾਂ ਨੇ ਇਸ ਤਕਨੀਕ ਨੂੰ ਕਾਮਯਾਬ ਵੀ ਕੀਤਾ ਵਾ, ਕਈਆਂ ਨੂੰ ਸਮੱਸਿਆਵਾਂ ਵੀ ਆਈਆਂ ਵਾ। ਜੀ ਜੀ। ਇਸ ਕਰਕੇ ਜੇ ਆਪਣੇ ਪਿੰਡ ਦੇ ਮਾਹਰ ਦੇ ਜਿਹੜੇ ਸਫਲ ਕਿਸਾਨ ਆ ਉਹਨਾਂ ਨੂੰ ਆਪਾਂ ਪੁੱਛ ਲਿਆ ਜਾਵੇ ਵੀ ਇਹ ਤਕਨੀਕ ਸਾਡੀ ਠੀਕ ਹੈ, ਜਾਂ ਯੂਨੀਵਰਸਿਟੀ ਦੇ ਜਿਹੜੇ ਨੁਮਾਇੰਦੇ ਜਾਂ ਖੇਤੀਬਾੜੀ ਵਿਭਾਗ ਹੈ ਜਾਂ ਹੋਰ ਵਿਭਾਗ ਸਾਡੇ ਹੈਗੇ ਨੇ ਉਹਨਾਂ ਨੂੰ ਇਹ ਜਾਣਕਾਰੀ ਜ਼ਰੂਰ ਲੈ ਲਈ ਜਾਵੇ ਵੀ ਇਹ ਤਕਨੀਕ ਜਿਹੜੀ ਮਾਫਕ ਹੈਗੀ ਆ, ਤੇ ਫਿਰ ਉਹ ਤਕਨੀਕ ਜਿਹੜੀ ਸਿੱਧੀ ਬਿਜਾਈ ਆਪਾਂ ਕਰ ਸਕਦੇ ਹਾਂ, ਪਰੰਤੂ ਆਪਣੀ ਜਿਹੜੀ ਉਹ ਸਿਫਾਰਿਸ਼ਾਂ ਨੂੰ ਆਪਣੇ ਪੱਧਰ ਤੇ ਨਾ ਬਦਲੀਏ। ਬਿਲਕੁਲ। ਕਿਉਂਕਿ ਜਿੱਦਾਂ ਸਾਡੇ ਕੋਲ ਸੋਇਲ ਕੰਜ਼ਰਵੇਸ਼ਨ ਡਿਪਾਰਟਮੈਂਟ ਹੈ, ਸਾਨੂੰ ਕਹਿੰਦਾ ਕਿ ਇਹ ਫਸਲਾਂ ਇਹ ਡ੍ਰਿਪ ਇਰੀਗੇਸ਼ਨ ਨਾਲ ਹੋ ਸਕਦਾ, ਫਲੱਡ ਇਰੀਗੇਸ਼ਨ ਨੂੰ ਨਾ ਕਰੀਏ, ਆਪਾਂ ਅੰਡਰਗਰਾਉਂਡ ਨਾਲ ਕਰ ਸਕਦੇ ਹਾਂ। ਸੋ ਇਹੋ ਜਿਹੇ ਆਪਾਂ ਮਹਿਕਮਿਆਂ ਦੇ ਨਾਲ ਜੁੜਾਂਗੇ ਤੇ ਉੱਥੋਂ ਕੋਈ ਨਾ ਕੋਈ ਜਿਹੜੀਆਂ ਸਾਨੂੰ ਜਿਹੜੀਆਂ ਗੱਲਾਂ ਵਧੀਆ ਨਜ਼ਰ ਆਉਣਗੀਆਂ ਜਿਹਦੇ ਨਾਲ ਆਪਾਂ ਵਾਤਾਵਰਣ ਦੇ ਪ੍ਰਭਾਵ ਨੂੰ ਘਟਾ ਸਕਦੇ ਹਾਂ। ਜ਼ਰੂਰੀ ਨਹੀਂ ਹੈ ਕਿ ਆਪਾਂ ਝੋਨਾ ਹੀ ਲਾਉਣਾ ਵਾ, ਜਾਂ ਜ਼ਰੂਰੀ ਨਹੀਂ ਹੈ ਕਿ ਆਪਾਂ ਜਿਹੜੀ ਆ ਇੱਕੋ ਹੀ ਕਿਸਮ ਲਾਉਣੀ, ਜਿੱਦਾਂ ਕਿ ਪੂਸਾ 44 ਕਿਸਮ ਆ। ਪੂਸਾ 44 ਕਿਸਮ ਬਹੁਤ ਲੰਮਾ ਸਮਾਂ ਲੈਂਦੀ ਆ, ਉਹਦੇ ਨਾਲ ਸਾਨੂੰ ਬਿਮਾਰੀਆਂ ਵੀ ਵੱਧ ਆਉਂਦੀਆਂ ਵਾ, ਸਪਰੇਆਂ ਵੀ ਵੱਧ ਆਉਂਦੀਆਂ, ਸਾਡੇ ਖਰਚੇ ਵੀ ਵੱਧਦੇ ਆ, ਸਾਡੇ ਵਾਤਾਵਰਣ ਤੇ ਵੀ ਮਾੜਾ ਪ੍ਰਭਾਵ ਪੈਂਦਾ। ਤੇ ਜੇ PR 126 ਲਾ ਦਈਏ ਤੇ ਉਹ ਸਾਡਾ ਜਿਹੜਾ ਸਾਰੇ ਮਸਲੇ ਹੱਲ ਹੋ ਜਾਂਦੇ ਆ। ਸੋ ਆਪਾਂ ਜਿਹੜੀ ਇਹ ਇੱਕ ਜਿਹੜੀ ਸਾਡੀ ਖੇਤੀਬਾੜੀ ਆ ਇਹਨੂੰ ਇੱਕ ਸਦੀਵੀ ਰੱਖਣਾ। ਬਿਲਕੁਲ। ਆਪਾਂ 1 ਸਾਲ ਖੇਤੀ ਨਹੀਂ ਕਰਨੀ, 2 ਸਾਲ ਨਹੀਂ ਕਰਨੀ, 4 ਸਾਲ ਨਹੀਂ ਕਰਨੀ, ਇਹ ਤਾਂ ਸਦਾ ਦਾ ਹੀ ਕੰਮ ਆ। ਇਹ ਸਦਾਵਾਦ ਸਾਡੇ ਪਿਤਾ ਪੁਰਖੀ ਵੀ ਕਰਦੇ ਆਏ ਤੇ ਆਪਾਂ ਗਾਂ ਵੀ ਇਦਾਂ ਹੀ ਵੰਡਣਾ ਵਾ। ਤੇ ਇੱਕ ਚੰਗੀ ਜਿਹੜੀ ਆ ਕਿ ਨਹੀਂ ਉਹ ਆਪਾਂ ਸੇਧ ਦਈਏ, ਚੰਗਾ ਜਿਹੜਾ ਵਾਤਾਵਰਨ ਸਿਰਜੀਏ ਤਾਂ ਕਿ ਜਿਹੜੀ ਸਾਡੀ ਖੇਤੀ ਆ ਉਹ ਸਦੀਵੀ ਹੋ ਸਕੇ। ਆ ਜਿਹੜੀ ਤੁਸੀਂ ਸੇਧ ਦੇਣ ਵਾਲੀ ਗੱਲ ਕੀਤੀ ਆ ਨਾ, ਆਪਣੇ ਲੁਪਿੰਦਰ ਜੀ ਹੁਣੀ ਆ, ਇਹ ਜਾਗਰੂਕ ਕਰਦੇ ਹੀ ਰਹਿੰਦੇ ਆ, ਥੋੜੇ ਦਿਨਾਂ ਬਾਅਦ ਹੀ ਨਹੀਂ ਇਕੱਠੇ ਕਰਕੇ ਨਾ ਬਾ ਇਹ ਸਿੱਖਿਆ ਦਿੰਦੇ ਰਹਿੰਦੇ ਆ ਵੀ ਭਾਈ ਪਾਣੀ ਬਚਾਓ, ਇਹਨੂੰ ਏਦਾਂ ਕਰ ਲਓ, ਇਹ ਸਾਰਾ ਕੁਝ ਦੱਸਦੇ ਰਹਿੰਦੇ ਸਨ। ਕਿਉਂ ਲੁਪਿੰਦਰ ਜੀ? ਬਿਲਕੁਲ ਜੀ ਤੇਜਪਾਲ ਜੀ, ਬਿਲਕੁਲ ਤੇਜਪਾਲ ਜੀ। ਜਦੋਂ ਆਪਾਂ ਪੜ੍ਹਦੇ ਸੀ ਸਕੂਲਾਂ ਦੇ ਬਾਹਰ ਲਿਖਿਆ ਹੋਇਆ ਸੀ ਸਿੱਖਣ ਲਈ ਆਓ, ਸੇਵਾ ਲਈ ਜਾਓ। ਬਿਲਕੁਲ ਬਿਲਕੁਲ, ਠੀਕ ਨਹੀਂ, ਸੇਵਾ ਆਪਾਂ ਕਰਨੀ ਆ ਔਰ ਜਾਗ੍ਰਿਤੀ ਵੀ ਕਰਨੀ ਆ। ਡਾਕਟਰ ਸਾਹਿਬ, ਖੇਤੀਬਾੜੀ ਮਾਹਿਰ ਹੋਣ ਦੇ ਨਾਤੇ ਸਾਡੇ ਕਿਸਾਨ ਵੀਰਾਂ ਨੂੰ ਇਹ ਦੱਸੋ ਵੀ ਤਕਨੀਕੀ ਖੇਤੀ ਦੇ ਨਾਲ ਜਿਹੜੀ ਟਿਕਾਊ ਖੇਤੀ ਆ, ਕੰਜ਼ਰਵੇਸ਼ਨ ਐਗਰੀਕਲਚਰ ਜਿਹਨੂੰ ਆਪਾਂ ਕਹਿ ਦਈਏ ਵੀ ਰੱਖਿਅਕ ਖੇਤੀ, ਉਹ ਕਿੰਨੀ ਸਹਾਈ ਹੋ ਸਕਦੀ ਆ ਜਲਵਾਯੂ ਨੂੰ ਕੰਟਰੋਲ ਕਰਨ ਵਿੱਚ? ਡਾਕਟਰ ਸਾਹਿਬ, ਇਸ ਤਰ੍ਹਾਂ ਹੈ ਕਿ ਜਿੱਦਾਂ ਤੁਸੀਂ ਇੱਕ ਸੁਰੱਖਿਅਤ ਖੇਤੀ ਦੀ ਗੱਲ ਕੀਤੀ ਆ, ਮੈਂ ਉਸ ਤੋਂ ਪਹਿਲਾਂ ਇੱਕ ਉਦਾਹਰਣ ਦੇਣੀ ਚਾਹੂੰਗਾ ਕਿ ਜਿਵੇਂ ਕਾਰਬਨ ਡਾਈਆਕਸਾਈਡ ਇੱਕ ਮੁੱਖ ਗੈਸ ਹੈ ਜਿਹੜੀ ਇਹ ਤਾਪਮਾਨ ਦੇ ਵਿੱਚ ਵਾਧਾ ਕਰਦੀ ਹੈ, ਜਿਹਨੂੰ ਸਾਨੂੰ ਘਟਾਉਣਾ ਚਾਹੀਦਾ। ਬਿਲਕੁਲ। ਇਹ ਸਾਡੀ ਸਦੀਵੀ ਖੇਤੀ ਰੱਖਣ ਵਾਸਤੇ ਸਾਡੇ ਪਿੱਛੇ ਜਿਹੜੇ ਰੁੱਖ ਆ, ਇਹ ਜਿਹੜਾ ਕੁਦਰਤ ਨੇ ਸਾਨੂੰ ਬਖਸ਼ੇ ਆ, ਇਹ ਉਸ ਗੈਸ ਨੂੰ ਵਰਤ ਕੇ ਤੇ ਆਪਣਾ ਜੀਵਨ ਜਿਹੜਾ ਕਾਲ ਪੂਰਾ ਕਰਦੇ ਆ। ਠੀਕ ਹੈ ਜੀ। ਸੋ ਕੁਦਰਤ ਨੇ ਇੱਕ ਬੜਾ ਸਿਸਟਮ ਬਣਾਇਆ ਵਾ, ਸਾਨੂੰ ਕੀ ਆ ਕਿ ਅਸੀਂ ਉਸ ਸਿਸਟਮ ਤੋਂ ਦੂਰ ਨਾ ਜਾਈਏ, ਉਸ ਸਿਸਟਮ ਦੇ ਵਿੱਚ ਰਹਿ ਕੇ ਚੱਲੀਏ। ਇਹ ਜਿਹੜੇ ਰੁੱਖ ਆ ਇਹ ਸਾਡੇ ਵਾਸਤੇ ਸਾਡਾ ਜੀਵਨ ਹੈ ਇੱਕ ਤਰ੍ਹਾਂ ਦਾ। ਬਿਲਕੁਲ। ਇਸ ਕਰਕੇ ਰੁੱਖ ਲਾ ਕੇ ਜਿਹੜੀ ਕਾਰਬਨ ਡਾਈਆਕਸਾਈਡ ਗੈਸ ਆ ਉਹ ਜਿਹੜੀ ਆ ਉਹਨੂੰ ਆਪਾਂ ਘਟਾਈਏ। ਇਹ ਠੀਕ ਹੈ ਕਿ ਕਿਤੇ ਕਿਤੇ ਕਾਰਬਨ ਡਾਈਆਕਸਾਈਡ ਵੀ ਫਸਲਾਂ ਦਾ ਝਾੜ ਵਧਾਉਂਦੀ ਵੀ ਆ, ਪਰੰਤੂ ਕਿਉਂਕਿ ਕਾਰਬਨ ਡਾਈਆਕਸਾਈਡ ਦੇ ਵਿੱਚ ਤਾਪਮਾਨ ਬਹੁਤ ਵਾਧਾ ਕਰਦੀ ਹੈ। ਇਸੇ ਤਰ੍ਹਾਂ ਤੇ ਮੀਥੇਨ ਗੈਸ ਹੈ, ਜਿੱਦਾਂ ਝੋਨਾ ਵਾ, ਜੇ ਝੋਨੇ ਦੇ ਵਿੱਚ ਗਰਮੀਆਂ ਦੇ ਵਿੱਚ ਪਾਣੀ ਖੜਾ ਰਵੇ ਤੇ ਉਹ ਜਿਹੜਾ ਕਿ ਯੂਨੀਵਰਸਿਟੀ ਸਿਫਾਰਿਸ਼ ਨਹੀਂ ਕਰਦੀ ਤਾਂ ਉਹਦੇ ਨਾਲ ਗੈਸ ਜਿਹੜੀ ਪੈਦਾ ਹੁੰਦੀ ਮੀਥੇਨ, ਉਹ 25 ਗੁਣਾ ਕਾਰਬਨ ਡਾਈਆਕਸਾਈਡ ਦੇ ਨਾਲੋਂ ਹਾਨੀਕਾਰਕ ਗੈਸ ਹੈ। ਉਹ ਸਾਡੇ ਵਾਤਾਵਰਨ ਨੂੰ ਉਹ ਖਰਾਬ ਕਰਦੀ 25 ਗੁਣਾ। ਇਸੇ ਤਰ੍ਹਾਂ ਜਿਹੜੀ ਕਲੋਰੋਫਲੋਰੋਕਾਰਬਨ ਆ, ਜਿਹੜੀ ਏਸੀ ਵਾਲੀਆਂ ਗੈਸਾਂ ਜਿਹੜੀਆਂ ਹੈਗੀਆਂ ਵਾ,
ਉਹ 10-10 12-12 ਹਜ਼ਾਰ ਗੁਣਾ ਜਿਹੜੀਆਂ ਵਾ ਖਤਰਨਾਕ ਨੇ। ਜਿਹੜੀਆਂ ਖਾਦਾਂ ਆਪਾਂ ਪਾਉਨੇ ਨਾਈਟਰਸ ਆਕਸਾਈਡ ਜਿਹੜੀ ਆ, ਜਿਵੇਂ ਵੱਧ ਖਾਦਾਂ ਪਾ ਦਿੰਨੇ ਆ ਜੀ, ਜੇ ਯੂਨੀਵਰਸਿਟੀ ਦੀਆਂ ਸਿਫਾਰਿਸ਼ ਤੋਂ ਵੱਧ ਜਦੋਂ ਆਪਾਂ ਖਾਦ ਪਾਉਨੇ ਆ, ਉਹ ਖਾਦਾਂ ਜਿਹੜੀਆਂ ਵਾ ਬੂਟੇ ਨੇ ਤੇ ਉਨੀ ਖਾਦ ਲੈਣੀ ਆ, ਉਹ ਫਿਰ ਵਾਤਾਵਰਨ ਦੇ ਵਿੱਚ ਚਲ ਜਾਂਦੀ ਹੈ। ਜਦੋਂ ਉਹ ਵਾਤਾਵਰਨ ਦੇ ਵਿੱਚ ਚਲ ਜਾਂਦੀ, ਕੁਝ ਸਾਡੇ ਜ਼ਮੀਨ ਪਾਣੀ ਚਲ ਜਾਂਦੀ ਆ, ਸਾਡੇ ਸਿਹਤ 'ਚ ਆਉਂਦੀ ਆ, ਸਾਨੂੰ ਬਿਮਾਰੀਆਂ ਲੱਗਦੀਆਂ ਵਾ। ਜਿਹੜੀ ਵਾਤਾਵਰਨ ਜਾਂਦੀ ਆ, ਉਹ ਸਾਡੇ ਵਾਤਾਵਰਨ ਨੂੰ ਹਜ਼ਾਰਾਂ ਗੁਣਾ ਜਿਹੜਾ ਵਾ ਕਾਰਬਨ ਡਾਈਆਕਸਾਈਡ ਦੇ ਨਾਲੋਂ ਵੀ ਜਿਹੜੀ ਆ ਉਹ ਖਰਾਬ ਕਰਦੀ ਹੈ। ਦੇਖੋ ਡਾਕਟਰ ਸਾਹਿਬ, ਜਿਹੜੀਆਂ ਤੁਸੀਂ ਗੱਲਾਂ ਕਰਦੇ ਆ ਨਾ, ਹੈ ਛੋਟੀਆਂ ਆ, ਛੋਟੇ ਬਦਲਾਅ ਆ ਜਿਹੜੇ ਲੁਪਿੰਦਰ ਜੀ ਸਾਨੂੰ ਕਰ ਲੈਣੇ ਚਾਹੀਦੇ ਆ ਜ਼ਿੰਦਗੀ 'ਚ, ਹਨਾ। ਤੇ ਇਹਦੇ ਨਾਲ ਸਾਡੇ ਫਾਇਦੇ ਜਿਹੜੇ ਆ ਉਹ ਬਹੁਤ ਵੱਡੇ ਆ। ਕਿਸਾਨ ਵੀਰੋ ਤੇ ਭੈਣੋ, ਹੱਸਦੇ ਰਹੋ, ਵਸਦੇ ਰਹੋ, ਖੁਸ਼ੀਆਂ ਮਾਣੋ, ਪਰ ਉਹਦੇ ਨਾਲ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ। ਦੇਖੋ ਡਾਕਟਰ ਸਾਹਿਬ ਨੇ ਅੱਜ ਜਿਹੜੀਆਂ ਗੱਲਾਂ ਦੱਸੀਆਂ, ਜੇ ਅਸੀਂ ਇਹਨਾਂ ਪ੍ਰਤੀ ਜਾਗਰੂਕ ਨਹੀਂ ਹੋਵਾਂਗੇ ਤੇ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਬਹੁਤ ਹੀ ਗੰਦਾ ਵਾਤਾਵਰਣ ਤੇ ਨਾ ਜੀਣ ਯੋਗ ਹਵਾ ਛੱਡ ਕੇ ਜਾਵਾਂਗੇ। ਸੋ ਆਪਣੀ ਜ਼ਿੰਦਗੀ 'ਚ ਅਸੀਂ ਛੋਟੇ ਬਦਲਾਅ ਕਰੀਏ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਸਾਡੀਆਂ ਵੱਧ ਫੁੱਲ ਸਕਣ ਤੇ ਸਾਨੂੰ ਇਹ ਵੀ ਕਹਿ ਸਕਣ ਕਿ ਸਾਡੇ ਵੱਡਿਆਂ ਵਡੇਰਿਆਂ ਨੇ ਸਾਡੇ ਲਈ ਕੋਈ ਚੰਗਾ ਹੀ ਕੀਤਾ। ਹੁਣ ਸਾਨੂੰ ਦਿਓ ਇਜਾਜ਼ਤ। ਡਾਕਟਰ ਸਾਹਿਬ, ਤੁਹਾਡੀ ਜਾਣਕਾਰੀ ਜਿਹੜੀ ਸੀ ਉਹਦੇ ਨਾਲ ਸਾਨੂੰ ਬਹੁਤ ਹੀ ਜ਼ਿਆਦਾ ਫਾਇਦਾ ਹੋਣ ਵਾਲਾ ਹੈ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਜੈ ਹਿੰਦ ਜੀ। ਜੈ ਹਿੰਦ ਜੀ, ਜੈ ਹਿੰਦ ਤੇਜਪਾਲ ਜੀ।